ਨਮਸਕਾਰ। ਮੈਂ ਪ੍ਰੀਤੀ ਸ਼ਰਮਾ ਅੱਜ ਤੋਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਸ਼੍ਰੀ ਓ.ਪੀ. ਸ਼ਰਮਾ ਸਾਰਥੀ ਜੀ ਵੱਲੋਂ ਲਿਖਿਆ ਨਾਵਲ ਰਣਖੇਤਰ। ਲੱਗਦਾ ਇਹ ਸੀ ਕਿ ਮੇਰਾ ਪਿੱਛਾ ਕਰਨ ਵਾਲਾ ਉਹ ਵਾਹ ਵਰੋਲਾ ਜਿਹਾ ਆਦਮੀ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਕਿਤੇ ਖਿਲਾਅ ਵਿੱਚ ਲਟਕ ਰਿਹਾ ਹੈ, ਜਿਸ ਦਾ ਕੁਝ ਪਤਾ ਨਹੀਂ ਸੀ ਕਿ ਕਿਸ ਪਲ ਉਹ ਉੱਪਰ ਜਾ ਕੇ ਟੰਗਿਆ ਜਾਵੇ ਜਾਂ ਹੇਠਾਂ ਡਿੱਗ ਪਵੇ। ਇੱਕ ਗੱਲ ਉਸਦੇ ਵਿੱਚ ਬਹੁਤ ਦਿਲਕਸ਼ ਸੀ, ਉਹ ਹਰ ਹਾਲਤ ਵਿੱਚ ਖੁਸ਼ ਦਿਸਦਾ ਸੀ ਤੇ ਹਰ ਹਾਲਤ ਨੂੰ ਇਵੇਂ ਜਰ ਜਾਂਦਾ ਸੀ ਜਿਵੇਂ ਉਸਨੇ ਇੱਕ ਸੁਪਨਾ ਜਿਹਾ ਵੇਖਿਆ ਹੈ ਤੇ ਵਿਸ਼ਵਾਸ ਹੈ ਕਿ ਉਸਦੀ ਕੋਈ ਤਾਬੀਰ ਨਹੀਂ ਹੈ। ਉਸ ਵਿੱਚ ਬਹੁਤ ਸਾਰੀਆਂ ਗੱਲਾਂ ਬਹੁਤ ਅਚਰਜ ਵਾਲੀਆਂ ਸਨ। ਉਸਨੂੰ ਕਾਤਰਾਂ ਤੇ ਲੀਰਾਂ ਇਕੱਠੀਆਂ ਕਰਨ ਦਾ ਬਹੁਤ ਸ਼ੌਕ ਸੀ। ਉਹ ਘੁੰਮਦਾ ਤੇ ਰੰਗ ਦੀਆਂ ਲੀਰਾਂ ਜਮ੍ਹਾਂ ਕਰਕੇ ਤੇ ਤਿਕੋਣੀਆਂ, ਚੌਰਸ ਤੇ ਬੇਢੰਗੀਆਂ ਟਾਕੀਆਂ ਜੋੜ ਕੇ ਲਿਬਾਸ ਤਿਆਰ ਕਰਦਾ ਤੇ ਉਸ ਸਮੇਂ ਜਿਸ ਵੇਲੇ ਮੈਨੂੰ ਉਸਦੇ ਆਉਣ ਦਾ ਗੁਮਾਨ ਤੀਕ ਨਾ ਹੁੰਦਾ, ਲੀਰਾਂ ਤੇ ਟਾਕੀਆਂ ਵਾਲਾ ਲਿਬਾਸ ਪਾ ਕੇ ਤੁਰ ਆਂਦਾ ਤੇ ਹੱਸ ਤੇ ਨੱਚ ਕੇ ਲਿਬਾਸ ਮੈਨੂੰ ਵਿਖਾਉਂਦਾ ਤੇ ਕਹਿੰਦਾ, ਇਹ ਮੇਰੇ ਨਹੀਂ, ਦੁਨੀਆ ਦੇ ਰੰਗ ਹਨ। ਦੁਨੀਆ ਦੇ ਰੰਗਾਂ ਦੀਆਂ ਟਾਕੀਆਂ ਤੇ ਲੀਰਾਂ ਹਨ। ਮੈਂ ਆਪਣੇ ਪੱਲਿਓਂ ਕੁਝ ਵੀ ਨਹੀਂ ਲਾਇਆ, ਨਾ ਹੀ ਲਗਾਉਣਾ ਚਾਹੁੰਦਾ ਹਾਂ। ਦੁਨੀਆ ਆਪਣੇ ਹੀ ਰੰਗ ਮੇਰੇ ਤੇ ਚੜੇ ਹੋਏ ਵੇਖ ਕੇ ਖੁਸ਼ ਹੁੰਦੀ ਹੈ। ਮੈਨੂੰ ਇਹ ਦੁਨੀਆ ਖੁਸ਼ ਨਹੀਂ ਕਰ ਸਕਦੀ। ਸੋਚਦਾ ਹਾਂ ਮੈਂ ਹੀ ਇਸ ਨੂੰ ਖੁਸ਼ ਕਰ ਦੇਵਾਂ। ਮੈਂ ਕਈ ਵਾਰੀ ਉਸਨੂੰ ਕਿਹਾ ਸੀ ਕਿ ਉਹ ਮੈਨੂੰ ਆਪਣਾ ਮਕਾਨ ਦਿਖਾਵੇ, ਪਰ ਹਮੇਸ਼ਾ ਹੀ ਹੱਸ ਕੇ ਕਹਿੰਦਾ, ਬਹੁਤ ਕੂੜਾ ਹੈ ਮੇਰੇ ਮਕਾਨ ਵਿੱਚ, ਬਹੁਤ ਨਿੱਕ ਸੁੱਕ ਇਕੱਠਾ ਹੋਇਆ ਪਿਆ ਹੈ, ਇਤਨਾ ਕੁਝ ਜਮ੍ਹਾਂ ਹੋ ਗਿਆ ਹੈ ਕਿ ਬਹਿਣ ਨੂੰ ਵੀ ਥਾਂ ਨਹੀਂ। ਫਿਰ ਜੋ ਕੁਝ ਮੈਂ ਹਾਂ ਤੇ ਮੇਰਾ ਲਿਬਾਸ ਹੈ, ਉਹੀ ਕੁਝ ਮੇਰਾ ਮਕਾਨ ਹੈ। ਮੈਂ ਤੈਨੂੰ ਇੱਕ ਆਦਮੀ ਦਿਸਦਾ ਹਾਂ, ਪਰ ਇਹ ਦ੍ਰਿਸ਼ਟੀ ਦਾ ਭਰਮ ਹੈ। ਮੈਂ ਤਾਂ ਟੁਕੜਾ ਲੀਰ ਤੇ ਪੁਰਜ਼ਾ ਹਾਂ, ਜੋ ਪਤਾ ਨਹੀਂ ਕਿਉਂ ਜੁੜਿਆ ਹੈ। ਮੇਰਾ ਚੰਮ ਮਿੱਟੀ ਹੈ, ਹੱਡ ਮਿੱਟੀ ਹਨ, ਅੱਖਾਂ, ਕੰਨ, ਮੂੰਹ ਸਭ ਹਵਾ ਹਨ। ਦੁਨੀਆ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹਨ ਜੋ ਕਦੀ ਵੀ ਕਿਤੇ ਵੀ ਸਾਬਿਤ ਨਹੀਂ ਹਨ, ਬਸ ਦਿਸ ਰਹੀਆਂ ਹਨ ਤੇ ਅਸੀਂ ਵੇਖ ਰਹੇ ਹਾਂ। ਅਸੀਂ ਵੇਖਦੇ ਤੁਰ ਜਾਂਦੇ ਹਾਂ। ਵੇਖਣ ਵੇਲੇ ਸੋਚਦੇ ਨਹੀਂ ਤੇ ਸੋਚਣ ਵੇਲੇ ਵੇਖਦੇ ਨਹੀਂ। ਆਦਮੀ ਨੂੰ ਜੇਕਰ ਇੱਕ ਹੀ ਸਮੇਂ ਵਿੱਚ ਸੋਚਣ ਤੇ ਵੇਖਣ ਦਾ ਗੁਰ ਆ ਜਾਵੇ ਤਾਂ ਆਦਮੀ ਨੂੰ ਜੀਣ ਦੀ ਕੋਈ ਸਮੱਸਿਆ ਹੀ ਨਾ ਰਹੇ। ਮੈਂ ਬਹੁਤ ਵਾਰੀ ਸੋਚਦਾ ਕਿ ਉਹ ਆਦਮੀ ਬੇਮਤਲਬ ਹੀ ਮੇਰੇ ਨਾਲ ਜੁੜਿਆ ਹੈ। ਇਸ ਨੂੰ ਆਪਣੇ ਆਪ ਤੋਂ ਵੱਖ ਕਰ ਦੇਵਾਂ, ਉਸ ਨੂੰ ਕਹਿ ਦੇਵਾਂ ਕਿ ਮੇਰਾ ਉਸ ਦਾ ਕੋਈ ਰਿਸ਼ਤਾ ਵਾਸਤਾ ਨਹੀਂ, ਜਾਂ ਫਿਰ ਉਸ ਨੂੰ ਕਹਿ ਦੇਵਾਂ ਕਿ ਜੇਕਰ ਉਹ ਮੇਰੇ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਮੇਰੇ ਵਾਂਗ ਹੋਣਾ ਪਏਗਾ, ਉਸ ਨੂੰ ਮੇਰੇ ਵਾਂਗਰ ਬਣਨਾ ਪਏਗਾ। ਮੈਂ ਇਹ ਨਿਸ਼ਚਾ ਵੀ ਕਰ ਲੈਂਦਾ ਕਿ ਉਸ ਨੂੰ ਮਿਲਦਿਆਂ ਹੀ ਫਟਕਾਰ ਦੇਵਾਂਗਾ, ਪਰ ਝੱਟ ਹੀ ਮੈਨੂੰ ਉਸ 'ਤੇ ਤਰਸ ਆ ਜਾਂਦਾ, ਇਹ ਸੋਚ ਕੇ ਕਿ ਉਹ ਮੈਨੂੰ ਆਪਣੇ ਬਹੁਤ ਨੇੜੇ ਸਮਝਦਾ ਹੈ। ਫਿਰ ਗੱਲ ਮਗਰੋਂ ਉਹ ਮੇਰੀ ਪ੍ਰਸ਼ੰਸਾ ਵੀ ਕਰਦਾ ਹੈ। ਉਹ ਹਰ ਪਾਸਿਓਂ ਮੇਰਾ ਭਲਾ ਹੀ ਸੋਚਦਾ ਹੈ, ਉਪਕਾਰ ਹੀ ਸੋਚਦਾ ਹੈ। ਇੱਕ ਇਹ ਵੀ ਸੱਚ ਸੀ ਕਿ ਮੈਂ ਜਿਸ ਵਾਤਾਵਰਨ ਵਿੱਚ ਰਹਿ ਰਿਹਾ ਸੀ, ਉਹ ਨਾ ਸਾਹ ਲੈਣ ਦਾ ਵਾਤਾਵਰਨ ਸੀ ਤੇ ਨਾ ਸਾਹ ਛੱਡਣ ਦਾ। ਕਿਸੇ ਪਲ ਮੈਨੂੰ ਅਹਿਸਾਸ ਹੁੰਦਾ ਕਿ ਇਹ ਸਭ ਕੁਝ ਜੋ ਵੀ ਮੈਨੂੰ ਲੱਭ ਰਿਹਾ ਹੈ, ਮੈਂ ਇਸ ਦੇ ਲਈ ਹਾਂ ਤੇ ਇਹ ਸਭ ਮੇਰੇ ਲਈ ਹੈ। ਇਹ ਸਭ ਕੁਝ ਮੈਨੂੰ ਵਰਤ ਸਕਦਾ ਹੈ ਤੇ ਮੈਂ ਸਭ ਕੁਝ ਨੂੰ ਭੋਗ ਸਕਦਾ ਹਾਂ। ਮੈਂ ਕੁਝ ਹਾਂ, ਬਹੁਤ ਕੁਝ ਹਾਂ ਤੇ ਬਹੁਤ ਕੁਝ ਨੂੰ ਸਮੇਟ ਸਕਦਾ ਹਾਂ। ਪਰ ਜਿਸ ਪਲ ਮੈਨੂੰ ਆਪਣੇ ਅਸਤਿਤਵ ਦਾ ਸੱਚ ਵੇਚਣਾ ਪੈਂਦਾ ਜਾਂ ਕਿਸੇ ਨਕਲੀ ਜਾਂ ਫਰਜ਼ੀ ਚੀਜ਼ ਨੂੰ ਅਸਲ ਸਮਝ ਕੇ ਸਮਝੌਤਾ ਕਰਨਾ ਪੈਂਦਾ, ਤਾਂ ਮੈਨੂੰ ਅਹਿਸਾਸ ਹੁੰਦਾ ਕਿ ਹਰ ਪਾਸੇ ਜ਼ਹਿਰ ਖਿਲ ਰਿਹਾ ਹੈ। ਮੈਂ ਜ਼ਹਿਰ ਦੇ ਸਾਗਰ ਵਿੱਚ ਮੱਛੀ ਵਾਂਗੂ ਹਾਂ, ਵਿੱਚ ਜੀਣਾ ਵੀ ਔਖਾ ਹੈ ਤੇ ਬਾਹਰ ਵੀ ਮੌਤ ਹੈ। ਉਸ ਵੇਲੇ ਮੈਨੂੰ ਉਹ ਆਦਮੀ ਯਾਦ ਆਉਂਦਾ, ਉਸ ਦੀਆਂ ਗੱਲਾਂ ਯਾਦ ਆਉਂਦੀਆਂ, ਉਸਦੇ ਹਾਸੇ ਤੇ ਨਾਚ ਚੇਤੇ ਆਉਂਦੇ। ਫਿਰ ਮੇਰੀ ਤਾਂਘ ਹੁੰਦੀ ਕਿ ਉਹ ਮੈਨੂੰ ਮਿਲੇ, ਮੇਰੇ ਨਾਲ ਆਪਣੇ ਪਾਗਲਪਨ ਦੀਆਂ ਗੱਲਾਂ ਕਰੇ, ਆਪਣੀਆਂ ਹਰਕਤਾਂ ਨਾਲ ਉਹ ਮੈਨੂੰ ਮੇਰੇ ਤੋਂ ਖੋਹ ਲਵੇ, ਮੈਨੂੰ ਮੇਰੇ ਤੋਂ ਖੋਹ ਕੇ ਕਿਤੇ ਦੂਰ ਲੈ ਜਾਵੇ, ਜਿੱਥੇ ਇਹ ਵਾਤਾਵਰਨ, ਇਹ ਲੋਕ, ਇਹ ਚੀਜ਼ਾਂ, ਇਹ ਦ੍ਰਿਸ਼, ਇਹ ਆਵਾਜ਼ਾਂ, ਸ਼ੋਰ ਹੰਗਾਮੇ, ਸਮਝੌਤੇ, ਵਪਾਰ, ਮਸਲਤਾਂ ਨਾ ਹੋਣ। ਉੱਥੇ ਮੈਂ ਹੋਵਾਂ ਤੇ ਉਸਦੇ ਲੀਰਾਂ ਤੇ ਟਾਕੀਆਂ ਵਾਲੇ ਲਿਬਾਸ ਹੋਣ। ਮੈਂ ਵੇਖਦਾ ਰਹਾਂ ਤੇ ਉਹ ਨੱਚਦਾ ਰਹੇ ਤੇ ਆਪਣੀ ਕਹਾਣੀ, ਆਪਣੇ ਕਿੱਸੇ ਤੇ ਰੁਦਾਦਾਂ ਸੁਣਾਉਂਦਾ ਰਹੇ। ਕਦੀ ਉਹ ਇੱਕਦਮ ਮੈਨੂੰ ਹੈਰਾਨ ਵੀ ਕਰ ਦਿੰਦਾ। ਆਂਦਿਆਂ ਹੀ ਕਹਿੰਦਾ, ਤੂੰ ਬਹੁਤ ਪਰੇਸ਼ਾਨ ਹੈ, ਪਰ ਤੂੰ ਆਪਣੀ ਪਰੇਸ਼ਾਨੀ ਆਪ ਮੁੱਲ ਲਈ ਹੈ। ਤੇਰੀਆਂ ਸਾਰੀਆਂ ਪਰੇਸ਼ਾਨੀਆਂ ਦਾ ਇੱਕ ਹੀ ਇਲਾਜ ਹੈ, ਬਹੁਤ ਸੌਖਾ ਇਲਾਜ। ਕੀ ਇਲਾਜ ਹੈ ਮੇਰੀਆਂ ਪਰੇਸ਼ਾਨੀਆਂ ਦਾ? ਮੈਂ ਸੱਚ ਹੀ ਉਸ ਵੱਲ ਖਿੱਚਿਆ ਜਾਂਦਾ।
ਇੱਕ ਗਿੱਠ ਦਾ ਫਾਸਲਾ ਹੈ, ਪਰ ਮੈਨੂੰ ਵਿਸ਼ਵਾਸ ਹੈ ਤੂੰ ਟੱਪ ਨਹੀਂ ਸਕਦਾ। ਕਿਹਾ ਫਾਸਲਾ? ਕੀ ਟੱਪਣਾ ਹੈ? ਮੈਂ ਉਸ ਤੋਂ ਪੁੱਛਦਾ। ਮੇਰੇ ਵਾਂਗੂ ਹੋ ਜਾ, ਆਪਣੇ ਆਪ ਨੂੰ ਮੇਰੇ ਵਾਂਗਨ ਕਰ ਲੈ। ਮੈਂ ਹੱਸ ਪੈਂਦਾ। ਫਿਰ ਕੀ ਹੋਏਗਾ? ਫਿਰ ਤੈਨੂੰ ਗਿਆਨ ਹੋ ਜਾਏਗਾ ਕਿ ਪਰੇਸ਼ਾਨੀ ਨੂੰ ਵਜੂਦ ਦੇਣ ਵਾਲਾ ਆਦਮੀ ਆਪ ਹੀ ਹੈ। ਇਹ ਨਾ ਤਾਂ ਕਿਤੋਂ ਆਂਦੀ ਹੈ ਤੇ ਨਾ ਹੀ ਕਿਤੇ ਜਾਂਦੀ ਹੈ। ਤੂੰ ਬਹੁਤ ਪੇਚੀਦਾ ਗੱਲ ਕਰਨ ਦਾ ਆਦੀ ਹੈ ਤੇ ਤੇਰੀ ਪੇਚੀਦਗੀ ਵਿੱਚ ਕੁਝ ਪਾਗਲਪਨ ਵੀ ਸ਼ਾਮਿਲ ਹੁੰਦਾ ਹੈ। ਭਲਾ ਮੈਂ ਤੇਰੇ ਵਾਂਗੂ ਜਾਂ ਤੂੰ ਮੇਰੇ ਵਾਂਗੂ ਕਿਵੇਂ ਹੋ ਸਕਦਾ ਹੈ? ਉਹ ਠਹਾਕਾ ਮਾਰ ਕੇ ਹੱਸ ਪੈਂਦਾ। ਹੁਣ ਨੂੰ ਕੌਣ ਕਹਿ ਰਿਹਾ ਹੈ? ਇਹ ਅਹਿਸਾਸ ਦੀ ਗੱਲ ਹੈ। ਆਪਣੇ ਆਪ ਨੂੰ ਇਹ ਕਹਿ ਦੇਣਾ ਕਿ ਮੈਂ ਉਸਦੇ ਵਾਂਗੂ ਹੋ ਗਿਆ ਤੇ ਉਹ ਮੇਰੇ ਵਾਂਗੂ ਹੋ ਗਿਆ ਹੈ। ਮੈਨੂੰ ਜਾਪਦਾ ਗੱਲ ਤਾਂ ਬਹੁਤ ਸਿੱਧੀ ਹੈ, ਬਹੁਤ ਸਧਾਰਨ ਹੈ। ਬਸ ਅਹਿਸਾਸ ਹੀ ਕਰਨਾ ਹੈ। ਪਰ ਅਹਿਸਾਸ ਕਰਨ ਨਾਲ ਜਾਂ ਆਪਣੇ ਆਪ ਨੂੰ ਕਹਿ ਦੇਣ ਨਾਲ ਆਦਮੀ ਬਦਲ ਜਾਂਦਾ ਹੈ? ਮੈਨੂੰ ਇਹ ਇੱਕ ਗੁੱਝਾ ਜਿਹਾ ਪ੍ਰਸ਼ਨ ਲੱਗਦਾ। ਫਿਰ ਮੈਂ ਉਸਨੂੰ ਪੁੱਛਦਾ, ਤੂੰ ਆਪਣੇ ਆਪ ਨੂੰ ਇਹ ਗੱਲ ਕਹਿ ਕੇ ਆਪਣੇ ਆਪ ਨੂੰ ਵਿਸ਼ਵਾਸ ਦਿਵਾ ਸਕਦਾ ਹੈ ਕਿ ਤੂੰ ਮੇਰੇ ਵਾਂਗੂ ਜਾਂ ਕਿਸੇ ਵਾਂਗੂ ਹੋ ਗਿਆ ਹੈ? ਇਹ ਜ਼ਰੂਰਤ ਦੀ ਗੱਲ ਹੈ। ਜ਼ਰੂਰਤ ਪੈਣ 'ਤੇ ਕਹਿ ਵੀ ਸਕਦਾ ਹਾਂ, ਪਰ ਅਜੇ ਤੀਕ ਕਦੀ ਵੀ ਇਸ ਦੀ ਲੋੜ ਨਹੀਂ ਪਈ। ਇੱਕ ਦਿਨ ਉਹ ਆਇਆ ਤੇ ਉਸਨੇ ਚਿਹਰਿਆਂ ਦੀ ਗੰਢ ਚੁੱਕੀ ਹੋਈ ਸੀ। ਉਸਨੇ ਆਂਦਿਆਂ ਹੀ ਗੰਢ ਖੋਲ੍ਹੀ ਤੇ ਮੇਰੇ ਅੱਗੇ ਚਿਹਰੇ ਖਿਲਾਰ ਦਿੱਤੇ। ਇਹ ਨਵਾਂ ਧੰਦਾ ਕੀ ਹੈ? ਮੈਂ ਉਸਨੂੰ ਪੁੱਛਿਆ। ਇਹ ਚਿਹਰੇ ਹਨ। ਅੱਜ ਦੇ ਸਮੇਂ ਵਿੱਚ ਕਈ ਮਸਲਿਆਂ ਤੇ ਸਮੱਸਿਆਵਾਂ ਦਾ ਹੱਲ ਇਹ ਚਿਹਰੇ ਵੀ ਹਨ। ਇਹ ਚਿਹਰੇ ਕਿਵੇਂ ਮਸਲੇ ਹੱਲ ਕਰ ਸਕਦੇ ਹਨ? ਮੈਂ ਹੈਰਾਨੀ ਨਾਲ ਪੁੱਛਿਆ। ਤੂੰ ਮੈਨੂੰ ਸ਼ਦਾਈ ਕਹਿਣਾ ਹੈ? ਮੈਂ ਜਾਣਦਾ ਤੂੰ ਮੇਰੇ ਤੋਂ ਪਿੱਛਾ ਛੁਡਾਉਣਾ ਚਾਹੁੰਦਾ ਹੈ। ਤੂੰ ਕਦੇ ਵੀ ਇਹ ਨਹੀਂ ਸੋਚਿਆ ਕਿ ਦੁਨੀਆ ਦੀ ਮੰਡੀ ਵਿੱਚ ਇਹ ਵਪਾਰ ਤੇ ਇਸ ਦਾ ਰਿਵਾਜ ਬਹੁਤ ਪੁਰਾਣਾ ਹੈ। ਜਿਸ ਵੇਲੇ ਆਦਮੀ ਦੀ ਕੀਮਤ ਘੱਟ ਹੋ ਜਾਵੇ ਤਾਂ ਚਿਹਰਿਆਂ ਦਾ ਮੁੱਲ ਵੱਧ ਜਾਂਦਾ ਹੈ। ਜਿਸ ਸਮੇਂ ਚਿਹਰਿਆਂ ਦੇ ਮੁੱਲ ਘੱਟ ਜਾਣ ਤਾਂ ਆਦਮੀ ਦੀ ਕੀਮਤ ਵੱਧ ਜਾਂਦੀ ਹੈ। ਜੇਕਰ ਤੂੰ ਇਹ ਸਮਝਦਾ ਹੈ ਕਿ ਤੇਰੀ ਕੀਮਤ ਗਿਰ ਗਈ ਹੈ ਤਾਂ ਚਿਹਰਾ ਪਾ ਕੇ ਤੂੰ ਆਪਣਾ ਮੁੱਲ ਵਧਾ ਸਕਦਾ ਹੈ। ਇਹ ਵੇਖ, ਇਹ ਇੱਕ ਸਮਾਜ ਸੇਵਕ ਦਾ ਚਿਹਰਾ ਹੈ ਜਿਸ ਨੂੰ ਸਮਾਜ ਨਾਲ ਕੋਈ ਸਰੋਕਾਰ ਨਹੀਂ। ਇਹ ਸਿਰਫ ਆਪਣੀ ਸੇਵਾ ਕਰਨੀ ਚਾਹੁੰਦਾ ਹੈ। ਪਰ ਚਿਹਰਾ ਹੋਣ ਕਰਕੇ ਇਸ ਦੇ ਪਾਉਣ ਵਾਲੇ ਨੂੰ ਸਮਾਜ ਸੇਵਕ ਕਹਿ ਕੇ ਪੂਜਿਆ ਜਾਂਦਾ ਹੈ। ਇਹ ਦੂਜਾ ਚਿਹਰਾ ਇੱਕ ਸਾਹਿਤਕਾਰ ਦਾ ਚਿਹਰਾ ਹੈ ਜਿਸ ਕੋਲ ਕੋਈ ਹਿੱਤ ਦਾ, ਪਰਉਪਕਾਰ ਦਾ, ਸਾਥ ਦਾ ਭਾਵ ਨਹੀਂ। ਇਸ ਦਾ ਕੋਈ ਅਦਬ ਨਹੀਂ, ਇਖਲਾਕ ਨਹੀਂ, ਕਿਰਦਾਰ ਨਹੀਂ, ਪਰ ਚਿਹਰਾ ਹੋਣ ਕਰਕੇ ਇਸ ਨੂੰ ਮਾਨਤਾ ਮਿਲ ਜਾਂਦੀ ਹੈ। ਇਹ ਇੱਕ ਚਿਹਰਾ ਧਾਰਮਿਕ ਨੇਤਾ ਦਾ ਹੈ ਜਿਸ ਦਾ ਕੋਈ ਧਰਮ ਨਹੀਂ, ਕੋਈ ਧਾਰਨਾ ਨਹੀਂ, ਕੋਈ ਕਾਇਦਾ, ਅਸੂਲ, ਆਚਰਣ ਨਹੀਂ, ਪਰ ਇਸ ਦਾ ਸਤਿਕਾਰ ਹੈ। ਇਹ 5-7 ਚਿਹਰੇ ਦਾਰਸ਼ਨਿਕਾਂ ਤੇ ਵਿਗਿਆਨੀਆਂ ਦੇ ਹਨ ਜਿਨ੍ਹਾਂ ਨੂੰ ਜੀਵਨ ਦਾ, ਉਸਦੀ ਲੋੜ ਥੋੜ ਤੇ ਗਿਰਾਵਟ ਦਾ ਕੋਈ ਗਿਆਨ ਨਹੀਂ, ਜਿਨ੍ਹਾਂ ਦਾ ਦਰਸ਼ਨ ਤੇ ਵਿਗਿਆਨ ਉਹਨਾਂ ਦੀ ਅਰਥ ਸਿੱਧੀ ਹੈ, ਪਰ ਫਿਰ ਵੀ ਸਵੀਕਾਰੇ ਜਾਂਦੇ ਹਨ। ਇਹ ਇੱਕ ਅਧਿਆਪਕ ਦਾ ਚਿਹਰਾ ਹੈ ਜਿਸ ਨੂੰ ਕਿਸੇ ਵੀ ਸ਼ਬਦ ਦੇ ਠੀਕ ਅਰਥਾਂ ਦਾ ਗਿਆਨ ਨਹੀਂ, ਪਰ ਇਸ ਨੂੰ ਮੱਥਾ ਟੇਕਿਆ ਜਾਂਦਾ ਹੈ। ਤੇ ਇੱਕ ਬਹੁਤ ਵੱਡੇ ਆਦਮੀ ਦਾ ਚਿਹਰਾ ਹੈ। ਇਸ ਨੂੰ ਅਕਸਰ ਉਹ ਆਦਮੀ ਵਰਤਦੇ ਹਨ ਜੋ ਵਿਚਾਰਾਂ ਤੋਂ, ਨੀਅਤ ਤੇ ਕਿਰਦਾਰ ਤੋਂ ਬਹੁਤ ਛੋਟੇ ਹੁੰਦੇ ਹਨ, ਪਰ ਇਸ ਚਿਹਰੇ ਵਿੱਚ ਕਰਾਮਾਤ ਹੈ ਕਿ ਉਹ ਬਹੁਤ ਵੱਡੇ ਹੋ ਜਾਂਦੇ ਹਨ। ਮੈਂ ਸੁਣ ਕੇ ਹੈਰਾਨ ਹੁੰਦਾ ਗਿਆ। ਚਿਹਰੇ ਇਤਨੇ ਹਕੀਕੀ ਸਨ ਕਿ ਅਸਲ ਨੂੰ ਮਾਤ ਦੇ ਰਹੇ ਸਨ। ਪਰ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਚਿਹਰਿਆਂ ਦੀ ਲੋੜ ਨਹੀਂ ਹੈ। ਮੈਂ ਉਸਨੂੰ ਕਿਹਾ, ਪਰ ਤੂੰ ਇਹ ਕਿਵੇਂ ਜਾਣ ਲਿਆ ਕਿ ਮੈਂ ਚਿਹਰਿਆਂ ਦੀ ਖੂਬਸੂਰਤੀ ਵੇਖ ਕੇ ਇਹਨਾਂ ਨੂੰ ਪਾ ਲਵਾਂਗਾ? ਉਹ ਮੁੜ ਹੱਸਿਆ। ਇਹ ਚਿਹਰੇ ਪਰਾਰੀਅਤ ਵਿੱਚ ਵੀ ਮਦਦ ਕਰਦੇ ਹਨ। ਮੈਨੂੰ ਕਦੀ ਲੱਗਦਾ ਹੈ ਕਿ ਤੂੰ ਪਲਾਇਨ ਚਾਹੁੰਦਾ ਹੈ, ਤੂੰ ਹਕੀਕਤ ਤੇ ਹਾਲਾਤ ਤੋਂ ਨੱਸਣਾ ਚਾਹੁੰਦਾ ਹੈ। ਸੋਚਿਆ, ਤੈਨੂੰ ਵਿਖਾਣ ਵਿੱਚ ਕੀ ਹਰਜ਼ ਹੈ? ਮੈਂ ਦੁਚਿੱਤਾ ਜਿਹਾ ਹੋ ਗਿਆ। ਉਸਨੇ ਠੀਕ ਕਿਹਾ ਕਿ ਮੈਂ ਫਰਾਰੀਅਤ ਚਾਹੁੰਦਾ ਹਾਂ। ਇੱਕ ਪਾਸੇ ਜ਼ਿਹਨ ਕਹਿ ਰਿਹਾ ਸੀ ਕਿ ਸਾਰੇ ਹੀ ਚਿਹਰੇ ਪਾ ਲਵਾਂ, ਦੂਜੇ ਪਾਸੇ ਇਹ ਡਰ ਵੀ ਸੀ ਕਿ ਚਿਹਰਾ ਉਤਾਰਨ ਮਗਰੋਂ ਸ਼ਾਇਦ ਮੈਂ ਪਹਿਲਾ ਆਦਮੀ ਵੀ ਨਾ ਰਹਾ। ਬਹੁਤ ਚਿਰ ਮਗਰੋਂ ਮੈਨੂੰ ਪਤਾ ਲੱਗਾ ਕਿ ਉਹ ਮੂਰਤੀਆਂ ਬਣਾਉਂਦਾ ਸੀ, ਮਿੱਟੀ ਦੀਆਂ ਮੂਰਤੀਆਂ। ਮੈਂ ਉਸਦਾ ਪਿੱਛਾ ਕਰਦਿਆਂ ਉਸਦੇ ਟਿਕਾਣੇ ਜਾ ਪੁੱਜਿਆ। ਅੱਗੇ ਉਹ ਮੂਰਤੀ ਬਣਾ ਰਿਹਾ ਸੀ। ਉਹ ਸੱਚ ਕਹਿੰਦਾ ਸੀ। ਉਸਦੇ ਕਮਰੇ ਵਿੱਚ ਪੈਰ ਧਰਨਾ ਔਖਾ ਸੀ। ਮੂਰਤੀਆਂ ਦਾ ਇਤਨਾ ਖਿਲਾਰਾ ਸੀ ਕਿ ਆਦਮੀ ਵੇਖ ਕੇ ਆਪਣੇ ਆਪ ਨੂੰ ਭੁੱਲ ਜਾਂਦਾ ਸੀ। ਮਿੱਟੀ ਹੀ ਮਿੱਟੀ, ਬਣ ਰਹੀਆਂ ਮੂਰਤੀਆਂ, ਬਣ ਚੁੱਕੀਆਂ ਮੂਰਤੀਆਂ, ਰੰਗਦਾਰ ਮੂਰਤੀਆਂ, ਬੇਰੰਗ ਮੂਰਤੀਆਂ, ਟੁੱਟ ਰਹੀਆਂ ਮੂਰਤੀਆਂ, ਟੁੱਟੀਆਂ ਹੋਈਆਂ ਮੂਰਤੀਆਂ।
ਮਲਬੇ ਦੇ ਢੇਰ 'ਤੇ ਪਈਆਂ ਪੁੱਠੀਆਂ ਸਿੱਧੀਆਂ ਵਿੰਗੀਆਂ ਤਰੇੜੀਆਂ ਤੇ ਵੱਖੀਆਂ ਦੇ ਭਾਰ ਪਈਆਂ ਮੂਰਤੀਆਂ। ਅੱਧ ਵਿਚਕਾਰ ਛੁੱਟ ਗਏ ਰੰਗ, ਕਿਸੇ ਦੇ ਮੱਥੇ ਦੇ ਰੰਗ, ਕਿਸੇ ਦੇ ਮੂੰਹ ਦੇ ਰੰਗ, ਕਿਸੇ ਦੇ ਹੱਥਾਂ ਪੈਰਾਂ ਦੇ ਰੰਗ, ਕਿਸੇ ਦੇ ਲਿਬਾਸ ਦਾ ਰੰਗ ਅੱਧਾ ਸੀ, ਕਿਸੇ ਦੇ ਜਿਸਮ ਦਾ ਰੰਗ ਅਧੂਰਾ ਸੀ। ਜੀਵ ਜੰਤੂ, ਪਸ਼ੂ ਪੰਛੀ, ਹਾਥੀ ਘੋੜੇ, ਰਾਜੇ, ਸੰਨਿਆਸੀ, ਫੁੱਲ ਬੂਟੇ, ਚਾਰੇ ਪਾਸੇ ਇੱਕ ਸ੍ਰਿਸ਼ਟੀ ਦਾ ਦ੍ਰਿਸ਼ ਸੀ। ਇੱਕ ਇੱਕ ਮੂਰਤੀ ਲੱਗਦਾ ਸੀ ਹੁਣੇ ਤੁਰ ਪਵੇਗੀ, ਬੋਲ ਪਵੇਗੀ, ਹੱਸ ਪਵੇਗੀ, ਰੋ ਪਵੇਗੀ, ਖਲੋ ਜਾਏਗੀ, ਬਹਿ ਜਾਵੇਗੀ। ਆਖਰ ਤੂੰ ਮੇਰਾ ਟਿਕਾਣਾ ਲੱਭ ਲਿਆ। ਮੈਂ ਨਹੀਂ ਸੀ ਚਾਹੁੰਦਾ ਕਿ ਮੇਰਾ ਕੋਈ ਪ੍ਰੇਮੀ ਇਸ ਬੇਸੁਰੀ, ਬੇਢੰਗੀ ਤੇ ਬੇਸ਼ਕਲੀ ਥਾਂ 'ਤੇ ਆਵੇ ਤੇ ਦੁਖੀ ਹੋਵੇ। ਉਹ ਇੱਕ ਮੂਰਤੀ ਦਾ ਮੱਥਾ ਬਣਾ ਰਿਹਾ ਸੀ। ਬਣਾਉਂਦਿਆਂ ਉਸਨੇ ਕਿਹਾ, ਤੂੰ ਕਿਵੇਂ ਜਾਂਚ ਲਿਆ ਕਿ ਮੈਂ ਇੱਥੇ ਆ ਕੇ ਦੁਖੀ ਹੋ ਰਿਹਾ ਹਾਂ? ਮੈਂ ਕਿਹਾ, ਜੇਕਰ ਨਹੀਂ ਹੋਇਆ ਤਾਂ ਮੈਨੂੰ ਖੁਸ਼ੀ ਹੋਈ। ਉਸਨੇ ਕਿਹਾ। ਫਿਰ ਆਪਣੇ ਚੌਹੀਂ ਪਾਸੇ ਵੇਖ ਕੇ ਕਿਹਾ, ਮੇਰਾ ਧੰਦਾ ਬੜਾ ਅਜੀਬ ਹੈ। ਮਿੱਟੀ ਤੋਂ ਹਟ ਕੇ ਮਿੱਟੀ ਦਾ ਸੱਚ ਕੋਈ ਨਹੀਂ। ਇਸ ਦਾ ਸੱਚ ਸਿਰਫ ਮਿੱਟੀ ਹੈ। ਫਿਰ ਵੀ ਇੱਕ ਆਕਰਸ਼ਣ ਹੈ, ਇੱਕ ਰੁਚੀ ਹੈ। ਕੀ ਬਣਾਈ ਜਾਂਦਾ ਹਾਂ, ਵਿਗੜਦੀਆਂ ਜਾਂਦੀਆਂ ਹਨ, ਟੁੱਟਦੀਆਂ ਜਾਂਦੀਆਂ ਹਨ। ਮੈਂ ਹੋਰ ਬਣਾਉਂਦਾ ਜਾਂਦਾ ਹਾਂ। ਇਹ ਸ਼ਾਇਦ ਮਿੱਟੀ ਦਾ ਮੋਹ ਹੈ ਜੋ ਛੁੱਟਦਾ ਨਹੀਂ। ਕਦੀ ਕਦੀ ਜ਼ਿਹਨ ਕਹਿੰਦਾ ਹੈ ਕਿ ਸਭ ਕੁਝ ਤੋੜ ਤਾੜ ਕੇ ਮਿੱਟੀ ਨੂੰ ਮਿੱਟੀ ਵਿੱਚ ਰਲਾ ਕੇ ਸਭ ਕੁਝ ਛੱਡ ਦਿਆਂ, ਪਰ ਦੂਜੇ ਹੀ ਪਲ ਹੱਥ ਉੱਬਲ ਪੈਂਦੇ ਹਨ, ਬੇਚੈਨ ਹੋ ਜਾਂਦੇ ਹਨ। ਮੇਰੇ ਅੰਦਰੋਂ ਇੱਕ ਸ਼ੋਰ ਉੱਠ ਖਲੋਂਦਾ ਹੈ ਕਿ ਬਣਾ, ਛੇਤੀ ਬਣਾ। ਤੂੰ ਆਪਣੇ ਨਾਲ ਅਨਰਥ ਕਰ ਰਿਹਾ ਹੈ, ਤੂੰ ਅਪਰਾਧ ਕਰ ਰਿਹਾ ਹੈ। ਜਿਸ ਆਦਮੀ ਨੂੰ ਬਣਾਉਣਾ ਆਉਂਦਾ ਹੋਵੇ ਤੇ ਉਹ ਨਾ ਬਣਾਵੇ ਤਾਂ ਉਹ ਵੱਡਾ ਅਪਰਾਧੀ ਹੈ। ਮੈਂ ਆਪਣੀ ਹੀ ਆਵਾਜ਼ ਕੋਲੋਂ ਡਰ ਜਾਂਦਾ ਹਾਂ, ਆਪਣੇ ਹੀ ਸਾਹਾਂ ਤੋਂ ਭੈ ਆਉਣ ਲੱਗਦਾ ਹੈ ਤੇ ਮੈਂ ਝੱਟ ਹੀ ਮਿੱਟੀ ਲੈ ਕੇ ਬਹਿ ਜਾਂਦਾ ਹਾਂ। ਤੂੰ ਇੱਕ ਬਹੁਤ ਵੱਡਾ ਕਲਾਕਾਰ ਹੈ, ਮੈਂ ਕਿਹਾ। ਤੇਰੀ ਆਪਣੀ ਕਲਾ ਦੀ ਦ੍ਰਿਸ਼ਟੀ ਹੈ, ਆਪਣਾ ਹੁਸਨ ਹੈ, ਖੂਬਸੂਰਤੀ ਹੈ, ਆਕਰਸ਼ਣ ਹੈ। ਮੈਨੂੰ ਲੱਗ ਰਿਹਾ ਹੈ ਸਾਰੀ ਦੁਨੀਆ ਹੀ ਸਿਮਟ ਕੇ ਤੇਰੇ ਕਮਰੇ ਵਿੱਚ ਆ ਗਈ ਹੈ। ਤੂੰ ਮਿੱਟੀ ਨੂੰ ਜ਼ਿੰਦਗੀ ਦਿੰਦਾ ਹੈ। ਤੂੰ ਤਾਂ ਇੱਕ ਸਿਰਜਕ ਹੈ। ਸੁਣ ਕੇ ਉਹ ਹੱਸ ਪਿਆ। ਮੈਂ ਤੇ ਸਿਰਜਕ? ਮਿੱਟੀ ਦਾ ਭੰਨ ਤੋੜ ਕਰਨ ਵਾਲਾ ਸਿਰਜਕ ਹੁੰਦਾ ਹੈ? ਹਾਂ ਹੁੰਦਾ ਹੈ, ਮੈਂ ਕਿਹਾ। ਕੁਝ ਨਹੀਂ ਵਿੱਚੋਂ ਸਭ ਕੁਝ ਕੱਢਣ ਵਾਲਾ ਬਹੁਤ ਵੱਡਾ ਹੁੰਦਾ ਹੈ। ਹੁਣੇ ਤੇਰੇ ਹੱਥ ਵਿੱਚ ਕੁਝ ਨਹੀਂ ਹੈ, ਹੁਣੇ ਸਭ ਕੁਝ ਹੈ। ਉਸਦੇ ਦੋ ਰੁਖ ਮੇਰੇ ਸਾਹਮਣੇ ਆ ਰਹੇ ਸਨ। ਇੱਕ ਤਾਂ ਉਹ ਮੁਸਕਰਾ ਰਿਹਾ ਸੀ, ਦੂਜਾ ਉਹ ਝੱਟ ਹੀ ਇਤਨਾ ਗੰਭੀਰ ਦਿਸ ਪੈਂਦਾ ਸੀ ਕਿ ਪਤਾ ਹੀ ਨਹੀਂ ਸੀ ਕੀ ਕਹਿ ਦੇਵੇਗਾ। ਮੂਰਤੀ ਦੇ ਮੱਥੇ ਦੀਆਂ ਰੇਖਾਵਾਂ ਉਭਾਰ ਕੇ ਉਸਨੇ ਮੂਰਤੀ ਇੱਕ ਪਾਸੇ ਰੱਖ ਦਿੱਤੀ। ਤੂੰ ਕਹੇਗਾ ਬੇਅਦਬ ਆਦਮੀ ਹੈ, ਢੰਗ ਦੀ ਗੱਲ ਨਹੀਂ ਕਰ ਰਿਹਾ। ਮੈਨੂੰ ਕੰਮ ਕਰਦਿਆਂ ਵੇਖਣ 'ਚ ਬਹੁਤ ਆਨੰਦ ਦਾ ਅਨੁਭਵ ਹੋ ਰਿਹਾ ਸੀ। ਨਾਲ ਹੀ ਮੈਂ ਸੋਚ ਰਿਹਾ ਸੀ, ਆਦਮੀ ਦਿਸਦਾ ਕੁਝ ਹੋਰ ਹੈ, ਨਿਕਲਦਾ ਕੁਝ ਹੋਰ ਹੈ। ਮੈਨੂੰ ਆਪਣਾ ਕੁਝ ਪਤਾ ਨਹੀਂ, ਮੈਂ ਕੀ ਹਾਂ ਕਹਿ ਨਹੀਂ ਸਕਦਾ, ਪਰ ਇਤਨਾ ਜਾਣਦਾ ਹਾਂ ਕਿ ਮੈਂ ਆਦਮੀ ਨਹੀਂ ਹਾਂ। ਤੂੰ ਪੂਰਾ ਆਦਮੀ ਹੈ, ਇੱਕ ਮੁਕੰਮਲ ਕਲਾਕਾਰ, ਮੈਂ ਕਿਹਾ ਤਾਂ ਕੁਝ ਉਦਾਸ ਜਿਹਾ ਦਿਸਣ ਲੱਗਾ। ਦੂਰ ਖਲਾਅ ਵਿੱਚ ਵੇਖਦਿਆਂ ਹੌਲੀ ਹੌਲੀ ਕਹਿਣ ਲੱਗਾ, ਆਦਮੀ ਕੀ ਹੁੰਦਾ ਹੈ? ਜੀਵਨ ਕੀ ਹੈ? ਕਿਵੇਂ ਜੀਵਨ ਨੂੰ ਗੁਜ਼ਾਰਿਆ ਹੈ ਨਹੀਂ ਜਾਣਦਾ। ਮੈਂ ਤਾਂ ਕਿਤੇ ਹੈ ਹੀ ਨਹੀਂ। ਮੈਨੂੰ ਜਾਪਦਾ ਹੈ ਮੈਂ ਬੇਵਜੂਦ ਹਾਂ, ਅਰੂਪ ਹਾਂ, ਅਸਪਸ਼ਟ ਹਾਂ। ਕਿਤੇ ਟਿਕਾਣਾ ਨਹੀਂ, ਕਰਨ ਦਾ, ਬਣਾਉਣ ਦਾ ਗਿਆਨ ਨਹੀਂ। ਮੈਂ ਤਾਂ ਮੂਰਤੀ ਬਣਾਉਂਦਿਆਂ ਮਹਿਸੂਸ ਕਰਦਾ ਹਾਂ ਕਿ ਖੇਡ ਰਿਹਾ ਹਾਂ, ਤਮਾਸ਼ਾ ਕਰ ਰਿਹਾ ਹਾਂ। ਤਮਾਸ਼ਾ ਕਰਦਿਆਂ ਤਮਾਸ਼ੇ ਵਿੱਚ ਰਲ ਕੇ ਤਮਾਸ਼ਾ ਹੋ ਰਿਹਾ। ਮਿੱਟੀ ਵਿੱਚ ਰਲ ਕੇ ਮਿੱਟੀ ਹੋ ਰਿਹਾ। ਸਿਰ ਵਿੱਚ ਰਲ ਕੇ ਸਿਰ ਤੇ ਮੱਥਾ ਹੋ ਰਿਹਾ। ਹੱਥਾਂ ਪੈਰਾਂ ਤੇ ਅੱਖਾਂ ਵਿੱਚ ਰਲ ਕੇ ਹੱਥ ਪੈਰ ਤੇ ਅੱਖਾਂ ਹੋ ਰਹੀਆਂ। ਮੈਂ ਸਭ ਕੁਝ ਹੋ ਰਿਹਾ, ਮੈਂ ਸਭ ਕੁਝ ਕਰ ਰਿਹਾ ਤੇ ਕੁਝ ਵੀ ਨਹੀਂ ਕਰ ਰਿਹਾ। ਇਹ ਸਭ ਕੁਝ ਹੋ ਰਿਹਾ ਹੈ, ਮੈਂ ਵੀ ਨਾਲ ਨਾਲ ਹੋ ਰਿਹਾ ਹਾਂ। ਮਿੱਟੀ ਹੋ ਰਿਹਾ, ਪਾਣੀ ਵਿੱਚ ਰਲ ਕੇ ਗੁੰਨਿਆ ਜਾ ਰਿਹਾ। ਫਿਰ ਮੈਂ ਨੈਣ ਨਕਸ਼ ਬਣ ਰਿਹਾ, ਫਿਰ ਹਵਾ ਵਿੱਚ ਰਹਿ ਕੇ ਆਠਰ ਰਿਹਾ, ਫਿਰ ਅੱਗ ਵਿੱਚ ਪੱਕ ਰਿਹਾ, ਫਿਰ ਖੂਬਸੂਰਤ ਰੰਗ ਹੋ ਰਿਹਾ, ਫਿਰ ਟੁੱਟਣਾ ਸ਼ੁਰੂ ਹੋ ਗਿਆ ਹਾਂ, ਫਿਰ ਮਿੱਟੀ ਹੋ ਗਿਆ ਹਾਂ। ਇਹ ਹੈ ਮੇਰਾ ਸਾਰਾ ਸਫ਼ਰ, ਸਾਰੀ ਯਾਤਰਾ, ਸਾਰਾ ਗੇੜ। ਮੈਂ ਮਿੱਟੀ 'ਚ ਹਾਂ, ਮਿੱਟੀ ਮੇਰੇ 'ਚ ਹੈ। ਰੰਗ ਬਦਲ ਕੇ ਫਿਰ ਮੈਂ, ਫਿਰ ਮਿੱਟੀ, ਫਿਰ ਮੈਂ,
ਫਿਰ ਮਿੱਟੀ, ਫਿਰ ਮੈਂ, ਫਿਰ ਮਿੱਟੀ। ਆਦਮੀ ਕਿੱਥੇ ਹੈ? ਆਦਮੀ ਕਿਵੇਂ ਹੈ? ਫਿਰ ਉਹ ਬਾਹਰ ਆ ਗਿਆ, ਮੈਂ ਵੀ ਉਸ ਦੇ ਨਾਲ ਬਾਹਰ ਆ ਗਿਆ। ਆਸ-ਪਾਸ ਵੀਰਾਨ ਜਿਹੀ ਥਾਂ ਸੀ। ਟਿੱਬੇ ਟੋਏ ਸਨ, ਕੁਝ ਝਾੜ ਪੱਤਰ, ਕੁਝ ਨੰਗੇ ਰੁੱਖ, ਕਿਤੇ ਕਿਤੇ ਮਿੱਟੀ ਦੇ ਢੇਰ, ਛੋਟੇ ਛੋਟੇ ਆਵੇ, ਬੁੱਝੇ ਹੋਏ ਆਵੇ, ਨਕਾਰਾ ਆਵੇ, ਕੰਮ ਦੇ ਆਵੇ। ਕਾਫੀ ਦੂਰ ਤੱਕ ਆਦਮੀ ਨਹੀਂ ਸੀ, ਬਸਤੀ ਨਹੀਂ ਸੀ। ਮੈਨੂੰ ਉਹ ਜਗ੍ਹਾ ਬਹੁਤ ਅਜੀਬ ਲੱਗ ਰਹੀ ਸੀ। ਅਹਿਸਾਸ ਹੋ ਰਿਹਾ ਸੀ ਕਿ ਆਦਮੀ ਤੋਂ ਦੂਰ ਬਸਤੀ ਤੇ ਸ਼ੋਰ ਹੰਗਾਮੇ ਤੇ ਦੌੜਨ ਭੱਜਣ ਕੋਲੋਂ ਦੂਰ ਵੀ ਥਾਂ ਹੁੰਦੇ ਨੇ। ਉਹਨਾਂ ਦੀ ਆਪਣੀ ਹੋਂਦ ਹੁੰਦੀ ਹੈ। ਇਹ ਥਾਂ ਬੜੀ ਅਜੀਬ ਹੈ, ਮੈਂ ਕਿਹਾ। ਤੈਨੂੰ ਪਸੰਦ ਆਈ? ਉਸਨੇ ਪੁੱਛਿਆ। ਹਾਂ, ਬਹੁਤ ਪਸੰਦ ਆਈ। ਤੂੰ ਇੱਥੇ ਰਹਿਣਾ ਚਾਹੁੰਦਾ ਹੈ? ਮੈਂ ਚੁੱਪ ਰਿਹਾ। ਤੂੰ ਇਸ ਥਾਂ ਲਈ ਬਸਤੀ ਨੂੰ ਛੱਡ ਸਕਦਾ ਹੈ? ਉਸਨੇ ਪ੍ਰਸ਼ਨ ਕੀਤਾ। ਹਾਂ, ਛੱਡ ਸਕਦਾ ਹਾਂ, ਪਰ ਮੈਂ ਰਹਾਂਗਾ ਕਿੱਥੇ? ਮਕਾਨ ਵਿੱਚ ਰਹੇਂਗਾ, ਹੋਰ ਕਿੱਥੇ? ਮਕਾਨ ਕਿੱਥੇ ਹੈ? ਮਕਾਨ ਮੈਂ ਬਣਾਵਾਂਗਾ। ਤੂੰ ਮੇਰੇ ਲਈ ਮਕਾਨ ਬਣਾਵੇਂਗਾ? ਹਾਂ, ਬਣਾਵਾਂਗਾ, ਜੇਕਰ ਤੂੰ ਇੱਥੇ ਆਉਣਾ ਚਾਹੇ ਤਾਂ। ਜੇਕਰ ਤੂੰ ਮਕਾਨ ਬਣਾ ਦੇਵੇਂ ਤੇ ਮੈਂ ਆ ਜਾਵਾਂਗਾ। ਬਹੁਤੀ ਜਲਦੀ ਨਹੀਂ ਹੈ, ਸੋਚ ਲੈ। ਜਿਸ ਦਿਨ ਤੂੰ ਇੱਥੇ ਆਉਣ ਦਾ ਪੱਕਾ ਨਿਸ਼ਚਾ ਕਰ ਲਵੇਂਗਾ, ਮੈਨੂੰ ਸੁਨੇਹਾ ਦੇ ਦੇਵੀਂ। ਮੈਂ ਉਸੇ ਦਿਨ ਤੋਂ ਮਕਾਨ ਬਣਾਉਣਾ ਸ਼ੁਰੂ ਕਰ ਦੇਵਾਂਗਾ। ਮੈਂ ਸੋਚ ਲਿਆ ਹੈ। ਜੇਕਰ ਸੋਚ ਲਿਆ ਹੈ ਤਾਂ ਮਕਾਨ ਬਣਨਾ ਸ਼ੁਰੂ ਹੋ ਜਾਏਗਾ। ਪਰ ਉਹ ਕਹਿੰਦੇ ਹੋਏ ਸੋਚਣ ਲੱਗ ਗਿਆ। ਫਿਰ ਪੁੱਛਿਆ, ਤੂੰ ਤਾਂ ਇੱਕ ਮਕਾਨ ਵਿੱਚ ਰਹਿ ਰਿਹਾ ਹੈ? ਹਾਂ, ਰਹਿ ਰਿਹਾ, ਕਿਰਾਏ ਦੇ ਇੱਕ ਮਕਾਨ ਵਿੱਚ। ਉਹ ਮਕਾਨ ਤੇਰਾ ਆਪਣਾ ਨਹੀਂ? ਨਹੀਂ। ਕਿਰਾਇਆ ਦਿੰਦਾ ਹੈ? ਹਾਂ, ਦਿੰਦਾ ਹਾਂ। ਨਿਯਮ ਨਾਲ ਅਦਾਇਗੀ ਹੁੰਦੀ ਹੈ? ਹਾਂ, ਹੁੰਦੀ ਹੀ ਹੈ। ਤੇਰਾ ਵਿਚਾਰ ਇਹ ਤਾਂ ਨਹੀਂ ਕਿ ਇਹ ਮਕਾਨ ਤੈਨੂੰ ਬਿਨਾਂ ਕਿਰਾਏ ਤੋਂ ਮਿਲ ਜਾਏਗਾ? ਮੈਂ ਪਰੇਸ਼ਾਨ ਹੋ ਗਿਆ, ਸੋਚੀ ਪੈ ਗਿਆ। ਸਮਝ ਨਾ ਆਇਆ ਉਹ ਕੀ ਕਹਿ ਰਿਹਾ ਹੈ। ਮੈਂ ਪੁੱਛਿਆ, ਇੱਥੇ ਵੀ ਕਿਰਾਇਆ ਦੇਣਾ ਪਏਗਾ? ਉਹ ਮੁਸਕਰਾਇਆ। ਕਿਰਾਇਆ ਕਿੱਥੇ ਨਹੀਂ ਦੇਣਾ ਪੈਂਦਾ। ਜਿਸ ਥਾਂ ਵੀ ਟਿਕੋ ਕਿਰਾਇਆ ਤਾਂ ਦੇਣਾ ਪੈਂਦਾ ਹੈ। ਅਦਾਇਗੀ ਤਾਂ ਜ਼ਰੂਰੀ ਹੈ। ਇਸ ਮਕਾਨ ਦਾ ਕੀ ਕਿਰਾਇਆ ਹੋਏਗਾ? ਮੈਂ ਪੁੱਛਿਆ। ਕਿਰਾਇਆ ਬਾਅਦ ਵਿੱਚ ਤੈਅ ਹੋ ਜਾਏਗਾ। ਤੂੰ ਨਿਸ਼ਚਾ ਇਹ ਕਰਨਾ ਹੈ ਕਿ ਕਿਰਾਇਆ ਦੇਣਾ ਹੈ। ਠੀਕ ਹੈ, ਦੇਣਾ ਹੈ, ਦੇਵਾਂਗਾ। ਮੈਂ ਬਹੁਤ ਚਿਰ ਤੱਕ ਲੋਕਾਂ ਵਿੱਚ ਰਿਹਾ, ਸ਼ੋਰ ਸ਼ਰਾਬੇ ਹੰਗਾਮੇ ਵਿੱਚ ਰਿਹਾ, ਵਪਾਰਾਂ ਵਿੱਚ ਰਿਹਾ। ਹੁਣ ਮੈਂ ਇੱਥੇ ਰਹਿਣਾ ਚਾਹੁੰਦਾ ਹਾਂ, ਵੀਰਾਨੇ ਵਿੱਚ, ਤੇਰੇ ਕੋਲ। ਇਹ ਮੈਂ ਪ੍ਰਣ ਕਰ ਲਿਆ ਹੈ। ਕਿਰਾਏ ਲਈ ਤਿਆਰ ਹਾਂ। ਇੱਕ ਅੰਤਲੀ ਗੱਲ ਤੈਨੂੰ ਪੁੱਛਣੀ ਹੈ, ਉਸਨੇ ਕਿਹਾ। ਅੰਤਲੀ ਨਹੀਂ, ਹੋਰ ਵੀ ਜੋ ਕੁਝ ਤੂੰ ਪੁੱਛਣਾ ਹੈ ਪੁੱਛ ਲੈ, ਮੈਂ ਕਿਹਾ। ਤੂੰ ਮੇਰੀ ਖਾਤਰ ਵੀਰਾਨੇ ਵਿੱਚ ਆ ਰਿਹਾ ਹੈ ਜਾਂ ਵੀਰਾਨੇ ਦੀ ਖਾਮੋਸ਼ੀ ਤੇ ਚੁੱਪ ਕਰਕੇ? ਮੇਰੇ ਵਾਸਤੇ ਇਹ ਅਜੀਬ ਸਵਾਲ ਸੀ। ਝੱਟ ਹੀ ਫੈਸਲਾ ਕਰਨਾ ਔਖਾ ਸੀ। ਉਸਨੂੰ ਸ਼ਾਇਦ ਮੇਰੀ ਸਮੱਸਿਆ ਦਾ ਗਿਆਨ ਹੋ ਗਿਆ। ਉਸਨੇ ਕਿਹਾ, ਤੂੰ ਸੋਚ ਲੈ, ਮੈਂ ਤੇਰੇ ਮਕਾਨ ਲਈ ਜਗ੍ਹਾ ਵੇਖਦਾ ਹਾਂ। ਉਹ ਕੁਝ ਦੂਰ ਤੁਰ ਗਿਆ। ਕਿਸੇ ਥਾਂ ਤੋਂ ਮਿੱਟੀ ਤੇ ਕਿਸੇ ਥਾਂ ਤੋਂ ਪੱਥਰ ਚੁੱਕ ਕੇ ਉਹ ਦੂਰ ਵਗਾ ਮਾਰਦਾ। ਕੁਝ ਚਿਰ ਬਾਅਦ ਉਹ ਪਰਤ ਆਇਆ। ਤੂੰ ਸੋਚ ਲਿਆ? ਹਾਂ, ਸੋਚ ਲਿਆ, ਮੈਂ ਕਿਹਾ। ਕੀ ਉੱਤਰ ਹੈ ਤੇਰਾ? ਉਸਨੇ ਪੁੱਛਿਆ। ਮੈਂ ਦੁਵਿਧਾ ਵਿੱਚ ਹਾਂ। ਮੈਂ ਸ਼ਾਇਦ ਦੋਵੇਂ ਗੱਲਾਂ ਸੋਚ ਕੇ ਇੱਥੇ ਆਉਣ ਨੂੰ ਤਿਆਰ ਹਾਂ, ਜਾਂ ਫਿਰ ਕੋਈ ਵੀ ਗੱਲ ਨਹੀਂ, ਐਵੇਂ ਹੀ ਆ ਰਿਹਾ। ਉਸਦੇ ਚਿਹਰੇ ਤੋਂ ਲੱਗਿਆ ਕਿ ਉਹ ਮੇਰਾ ਉੱਤਰ ਸੁਣ ਕੇ ਬਹੁਤ ਖੁਸ਼ ਹੋ ਗਿਆ ਹੈ। ਉਸਨੇ ਕਿਹਾ, ਆਪਣੇ ਬਾਰੇ 'ਚ ਨਿਰਣਾ ਕਰਨਾ ਇਸ ਦੁਨੀਆ ਦੀ ਸਭ ਤੋਂ ਵੱਡੀ ਸਮੱਸਿਆ ਹੈ। ਅਸਲ 'ਚ ਅਸੀਂ ਕਦੀ ਇਹ ਗੱਲ ਸੋਚਦੇ ਹੀ ਨਹੀਂ ਕਿ ਅਸੀਂ ਕੋਈ ਫੈਸਲਾ ਕਰਨਾ ਹੈ ਜਾਂ ਕਰ ਸਕਦੇ ਹਾਂ। ਬਸਤੀ ਵਿੱਚ ਰਹਿ ਕੇ ਅਸੀਂ ਜਿਤਨੇ ਵੀ ਫੈਸਲੇ ਕਰਦੇ ਹਾਂ ਉਹ ਸਾਡੇ ਨਹੀਂ, ਬਸਤੀ ਦੇ ਹੁੰਦੇ ਹਨ। ਬਸਤੀ 'ਚ ਲੋਕ ਸਾਨੂੰ ਦੱਸਦੇ ਹੀ ਨਹੀਂ ਕਿ ਅਸੀਂ ਆਪਣੇ ਫੈਸਲੇ ਲਈ ਵੀ ਜੀਨੇ ਹਾਂ। ਵਿਚਕਾਰ ਗੋਤੇ ਖਾ ਰਿਹਾ ਆਦਮੀ ਹੀ ਕਿਨਾਰਾ ਢੂੰਡਦਾ ਹੈ। ਦੁਵਿਧਾ ਵਿੱਚ ਫਸਿਆ ਆਦਮੀ ਹੀ ਇੱਕ ਰਾਹ ਛੱਡ ਸਕਦਾ ਹੈ ਤੇ ਇੱਕ ਰਾਹ ਅਪਣਾ ਸਕਦਾ ਹੈ। ਤੂੰ ਦੁਵਿਧਾ ਵਿੱਚ ਹੈ। ਮੈਨੂੰ ਵਿਸ਼ਵਾਸ ਹੈ ਕਿ ਇੱਕ ਦਿਨ ਤੂੰ ਜੋ ਨਿਰਣਾ ਕਰੇਗਾ ਉਹ ਤੇਰਾ ਆਪਣਾ ਹੋਵੇਗਾ ਤੇ ਬਹੁਤ ਪੱਕਾ ਹੋਵੇਗਾ। ਮੈਂ ਤੇਰੇ ਲਈ ਮਕਾਨ ਬਣਾਉਣਾ ਸ਼ੁਰੂ ਕਰਨਾ ਹੈ। ਜੇਕਰ ਤੂੰ ਵੀ ਮੇਰੀ ਮਦਦ ਕਰੇਗਾ ਤਾਂ ਮਕਾਨ ਛੇਤੀ ਬਣ ਜਾਏਗਾ, ਉਸਨੇ ਕਿਹਾ। ਹਾਂ, ਮੈਂ ਮਦਦ ਕਰਾਂਗਾ। ਮੈਂ ਜਿਸ ਵੇਲੇ ਉਸਦੇ ਕੋਲ ਪਹੁੰਚਿਆ ਤਾਂ ਉਹ ਨੀਂਹ ਪੁੱਟ ਰਿਹਾ ਸੀ। ਮੈਂ ਛੇਤੀ ਨਾਲ ਉਸ ਕੋਲ ਪਹੁੰਚ ਕੇ ਨੀਂਹ ਪੁੱਟਣ ਵਿੱਚ ਸਹਾਇਤਾ ਕਰਨ ਲੱਗਾ।
ਥਾਂ ਬਹੁਤ ਸਖਤ ਤੇ ਪਥਰੀਲੀ ਸੀ। ਮੈਂ ਆਪ ਵੀ ਨੀਂਹ ਪੁੱਟ ਰਿਹਾ ਸੀ ਤੇ ਉਸਨੂੰ ਵੀ ਵੇਖ ਰਿਹਾ ਸੀ। ਉਹ ਨੀਂਹ ਪੁੱਟਣ ਵਿੱਚ ਐਵੇਂ ਮਸ਼ਰੂਫ ਸੀ ਕਿ ਅੱਖ ਝਪਕਣ ਦੀ ਫੁਰਸਤ ਵੀ ਨਹੀਂ ਸੀ। ਲੱਗ ਰਿਹਾ ਸੀ ਜੇਕਰ ਇੱਕ ਪਲ ਲਈ ਵੀ ਉਸਨੇ ਨਜ਼ਰ ਹਟਾਈ ਤਾਂ ਪਤਾ ਨਹੀਂ ਕੀ ਵਰਤ ਜਾਏਗਾ। ਅਚਾਨਕ ਉਸਨੇ ਉੱਚੀ ਆਵਾਜ਼ ਦੇ ਕੇ ਮੈਨੂੰ ਬੁਲਾਇਆ, ਐ ਵੇਖ ਕੀ ਨਿਕਲ ਰਿਹਾ ਹੈ। ਮੇਰੀ ਸਮਝੇ ਕੁਝ ਨਾ ਆਇਆ। ਉਹ ਕੋਈ ਟੁੱਟਾ ਭੱਜਾ ਭਾਂਡਾ ਹੋ ਸਕਦਾ ਸੀ, ਮੂਰਤੀ ਹੋ ਸਕਦੀ ਸੀ, ਘੜਿਆ ਪੱਥਰ ਹੋ ਸਕਦਾ ਸੀ ਜਾਂ ਕੋਈ ਰੰਗਦਾਰ ਚੱਟਾਨ ਹੋ ਸਕਦੀ ਸੀ। ਅਸੀਂ ਦੋਵੇਂ ਖੋਦ ਰਹੇ ਸੀ, ਉਸਨੂੰ ਪੱਟ ਕੇ ਬਾਹਰ ਕੱਢਣ ਦਾ ਯਤਨ ਕਰ ਰਹੇ ਸੀ। ਪਰ ਜਿਵੇਂ ਜਿਵੇਂ ਅਸੀਂ ਡੂੰਘੇ ਉਤਰਦੇ ਗਏ ਉਹ ਚੀਜ਼ ਵੀ ਡੂੰਘੀ ਹੁੰਦੀ ਗਈ ਤੇ ਆਖਿਰ ਵਿੱਚ ਪਤਾ ਲੱਗਾ ਕਿ ਉਹ ਪੌੜੀਆਂ ਸੀ ਤੇ ਹੇਠਾਂ ਜਾ ਰਹੀਆਂ ਸੀ। ਜਿੱਥੇ ਤੇਰਾ ਮਕਾਨ ਬਣ ਰਿਹਾ ਹੈ ਇੱਥੇ ਸ਼ਾਇਦ ਪਹਿਲੇ ਵੀ ਮਕਾਨ ਸੀ ਤੇ ਹੁਣ ਕੋਲੋਂ ਡੂੰਘਾ ਸੀ। ਪਰ ਮਕਾਨ ਦੇ ਬਾਰੇ 'ਚ ਵੀ ਕੀ ਕਿਹਾ ਜਾ ਸਕਦਾ ਹੈ, ਕਿੱਥੇ ਬਣ ਜਾਵੇ ਕਿੱਥੇ ਅਲੋਪ ਹੋ ਜਾਵੇ। ਨੀਂਹ ਪੁੱਟੀ ਗਈ, ਭਰਤੀ ਹੋਈ, ਭਰਤੀ ਕਰਦਿਆਂ ਉਹ ਲਗਾਤਾਰ ਗੱਲਾਂ ਕਰਦਾ ਰਿਹਾ। ਮੈਂ ਪੱਥਰ ਢੋ ਰਿਹਾ ਸੀ ਤੇ ਉਹ ਉਹਨਾਂ ਨੂੰ ਮਿਲਾ ਕੇ ਜੋੜੀ ਜਾ ਰਿਹਾ ਸੀ। ਤੈਨੂੰ ਪਤਾ ਹੈ ਨੀਂਹ ਵਿੱਚ ਪੱਥਰ ਕਿਉਂ ਰੱਖਦੇ ਹਨ, ਮਿੱਟੀ ਕਿਉਂ ਨਹੀਂ ਪਾ ਦਿੰਦੇ? ਉਸਨੇ ਮੈਨੂੰ ਪੁੱਛਿਆ। ਮੇਰਾ ਵਿਚਾਰ ਹੈ ਪੋਲੀ ਤੇ ਕੱਚੀ ਨੀਂਹ ਤੇ ਕੰਧਾਂ ਖਲੋ ਨਹੀਂ ਸਕਦੀਆਂ। ਮੈਂ ਕਿਹਾ, ਹਾਂ ਮਿੱਟੀ ਵੀ ਪੈ ਸਕਦੀ ਹੈ ਪਰ ਮਕਾਨ ਛੇਤੀ ਢਹਿ ਪੈਣ ਦਾ ਖਤਰਾ ਹੈ। ਕੰਧਾਂ ਦੀ ਵਾਰੀ ਆਈ ਤਾਂ ਉਸਨੇ ਮੈਨੂੰ ਪੁੱਛਿਆ, ਤੂੰ ਮੇਰੇ ਮਕਾਨ ਵਾਲੇ ਪਾਸੇ ਦਰਵਾਜ਼ਾ ਰੱਖਣਾ ਹੈ ਜਾਂ ਪਿੱਠ? ਮੇਰੇ ਮਕਾਨ ਦਾ ਮੂੰਹ ਤੇਰੇ ਮਕਾਨ ਵੱਲ ਹੋਣਾ ਚਾਹੀਦਾ ਹੈ। ਮੈਂ ਕਿਹਾ। ਤਾਂ ਉਹ ਹੱਸ ਪਿਆ। ਜੇਕਰ ਤੇਰੇ ਮਕਾਨ ਦਾ ਮੂੰਹ ਮੇਰੇ ਮਕਾਨ ਵੱਲ ਹੋਇਆ ਤਾਂ ਤੂੰ ਵੀ ਮਕਾਨ ਵਿੱਚ ਕੂੜਾ, ਮਿੱਟੀ ਤੇ ਹੋਰ ਖੜ ਖੱਖੜ ਭਰ ਲਵੇਂਗਾ। ਉਹ ਕਿਉਂ? ਮੈਂ ਪੁੱਛਿਆ। ਆਦਮੀ ਉਹੀ ਕਰਨ ਦਾ ਆਦੀ ਹੋ ਜਾਂਦਾ ਹੈ ਜੋ ਕੁਝ ਉਸਦਾ ਗੁਆਂਢੀ ਕਰਦਾ ਹੋਵੇ। ਕਹਿੰਦੇ ਨੇ ਗੁਆਂਢੀ ਦਾ ਰੂਪ ਨਹੀਂ ਆਉਂਦਾ, ਮੱਤ ਆ ਜਾਂਦੀ ਹੈ। ਮੈਂ ਜੇਕਰ ਕਰਨਾ ਵੀ ਚਾਹਾਂਗਾ ਤਾਂ ਕਰ ਨਹੀਂ ਸਕਾਂਗਾ। ਮੈਂ ਇੱਕ ਕਲਾਕਾਰ ਨਹੀਂ ਬਣ ਸਕਦਾ, ਮੈਂ ਮੂਰਤੀ ਨਹੀਂ ਬਣ ਸਕਦਾ। ਕੰਧਾਂ ਚੜੀਆਂ, ਛੱਤ ਪੈ ਗਈ, ਰੰਗ ਦੀ ਵਾਰੀ ਆਈ ਤਾਂ ਉਸਨੇ ਕਿਹਾ, ਮੈਂ ਰੰਗ ਕਰਦਾ ਹਾਂ ਮੂਰਤੀਆਂ ਨੂੰ, ਮੈਂ ਵੇਖਣਾ ਚਾਹੁੰਦਾ ਹਾਂ ਕਿ ਮਕਾਨ ਨੂੰ ਕੈਸਾ ਰੰਗ ਕਰ ਸਕਦਾ ਹਾਂ। ਫਿਰ ਉਸਨੇ ਮਕਾਨ ਨੂੰ ਰੰਗਣਾ ਸ਼ੁਰੂ ਕੀਤਾ। ਮੈਂ ਵੇਖਣ ਲੱਗਾ। ਰੰਗ ਤਾਂ ਉਸਨੇ ਕੀਤਾ, ਨਾਲ ਹੀ ਕੰਧਾਂ ਤੇ ਦਰਵਾਜ਼ੇ ਤੇ ਮੂਰਤੀਆਂ ਬਣਾਈਆਂ, ਨਜ਼ਰ ਨੂੰ ਕੈਦ ਕਰ ਲੈਣ ਵਾਲੀਆਂ ਮੂਰਤੀਆਂ। ਮਕਾਨ ਤਿਆਰ ਹੋ ਗਿਆ। ਉਸਨੇ ਮੈਨੂੰ ਆਪਣਾ ਸਾਮਾਨ ਲੈ ਆਉਣ ਲਈ ਕਿਹਾ। ਮੈਂ ਸੋਚੀ ਪੈ ਗਿਆ। ਅਸਲ 'ਚ ਮੇਰੇ ਕੋਲ ਜੋ ਵੀ ਕੁਝ ਸੀ ਉਹ ਕਾਫੀ ਪੁਰਾਣਾ ਸੀ। ਮੈਨੂੰ ਲੱਗ ਰਿਹਾ ਸੀ ਕਿ ਉਸ ਨਵੇਂ ਮਕਾਨ ਵਿੱਚ ਪੁਰਾਣਾ ਕੁਝ ਵੀ ਲਿਆਣਾ ਮਕਾਨ ਤੇ ਰੰਗਾਂ ਦੀ ਹੱਦ ਤੱਕ ਹੈ, ਨਿਰਾਦਰ ਹੈ। ਮੈਂ ਉਸਨੂੰ ਕਿਹਾ, ਮੇਰਾ ਸਾਰਾ ਸਮਾਨ ਤਾਂ ਮੈਂ ਆਪ ਹੀ ਹਾਂ, ਮੇਰੇ ਕੋਲ ਤਾਂ ਕੋਈ ਸਮਾਨ ਨਹੀਂ, ਕੁਝ ਵੀ ਨਹੀਂ। ਉਹ ਬਹੁਤ ਹੱਸਿਆ। ਸਮਾਨ ਹੈ ਨਹੀਂ? ਤੂੰ ਚੰਗਾ ਆਦਮੀ ਹੈ, ਜੀ ਰਿਹਾ ਹੈ ਤੇ ਤੇਰੇ ਕੋਲ ਕੁਝ ਵੀ ਨਹੀਂ। ਬਸਤੀ ਵਿੱਚ ਕਿਵੇਂ ਰਹਿ ਰਿਹਾ ਸੀ ਤੂੰ? ਮੈਂ ਰਹਿ ਤਾਂ ਰਿਹਾ ਸੀ ਪਰ ਮੈਂ ਸੋਚਦਾ ਹੀ ਰਿਹਾ ਕਿ ਅੱਜ ਕੁਝ ਲਿਆਵਾਂਗਾ, ਕੱਲ ਕੁਝ ਲਿਆਵਾਂਗਾ, ਅੱਜ ਕਰਾਂਗਾ, ਕੱਲ ਕਰਾਂਗਾ, ਬਸ ਅੱਜ ਕੱਲ੍ਹ ਹੀ ਕਰਦਾ ਰਿਹਾ। ਮੈਨੂੰ ਇਹ ਗੱਲ ਸੁਖਾਈ ਨਹੀਂ। ਤੇਰੇ ਕੋਲ ਕੁਝ ਨਹੀਂ, ਤੂੰ ਕੁਝ ਵਰਤਿਆ ਨਹੀਂ। ਤੂੰ ਜਿਤਨਾ ਸੰਘਰਸ਼ ਮਕਾਨ ਵਾਸਤੇ ਕੀਤਾ ਹੈ ਉਹ ਸਾਰਾ ਮੇਰੇ ਵਿਚਾਰ 'ਚ ਵਿਅਰਥ ਕੀਤਾ ਹੈ। ਮੈਂ ਬਸਤੀ ਦੀ ਗੱਲ ਨਹੀਂ ਕਰਦਾ, ਪਰ ਸ਼ੋਰ ਤੇ ਲੋਕਾਂ ਤੋਂ ਦੂਰ ਮਕਾਨ ਵਿੱਚ ਤੂੰ ਹਰ ਚੀਜ਼ ਨੂੰ ਪੂਰਾ ਭੋਗ ਸਕਦਾ ਹੈ, ਸੁਣ ਸਕਦਾ ਹੈ, ਵੇਖਣ ਦਾ ਸਹੀ ਮਜ਼ਾ ਲੈ ਸਕਦਾ ਹੈ। ਮੈਂ ਦੂਜੇ ਹੀ ਦਿਨ ਮਕਾਨ ਵਿੱਚ ਆ ਗਿਆ। ਥੋੜ੍ਹਾ ਬਹੁਤ ਸਮਾਨ ਜੋ ਸੀ ਲੈ ਆਇਆ। ਮਕਾਨ ਦੇ ਅੰਦਰ ਬਹਿਣ ਦੇ ਬਾਅਦ ਮੈਂ ਤੀਬਰਤਾ ਨਾਲ ਮਹਿਸੂਸ ਕੀਤਾ ਕਿ ਮਕਾਨ ਵਿੱਚ ਕੁਝ ਹੋਣਾ ਚਾਹੀਦਾ ਹੈ। ਕੁਝ ਨਹੀਂ, ਬਹੁਤ ਕੁਝ ਹੋਣਾ ਚਾਹੀਦਾ ਹੈ। ਬਹੁਤ ਕੁਝ ਵੀ ਨਹੀਂ, ਸਾਰਾ ਕੁਝ ਹੋਣਾ ਚਾਹੀਦਾ ਹੈ। ਬਸਤੀ ਵਿੱਚ ਮੈਨੂੰ ਸਾਰਾ ਦਿਨ ਇੱਕ ਵੱਡੀ ਮਸ਼ੀਨ ਨਾਲ ਲੜਨਾ ਪੈਂਦਾ ਸੀ। ਉਹ ਮਸ਼ੀਨ ਸ਼ਾਮ ਨੂੰ ਮੈਨੂੰ ਕੁਝ ਨਾ ਕੁਝ ਦੇ ਦਿੰਦੀ ਸੀ। ਮੇਰੇ ਸਿਰ 'ਤੇ ਇੱਕ ਛੋਟੀ ਜਿਹੀ ਮਸ਼ੀਨ ਸੀ। ਮੈਂ ਮਕਾਨ ਵਿੱਚ ਪੈਰ ਧਰਿਆ ਤਾਂ ਕੁਝ ਹੈਰਾਨ ਹੋਇਆ। ਬਹੁਤ ਸੋਹਣੀਆਂ ਕੁਝ ਮੂਰਤੀਆਂ ਸਜੀਆਂ ਸਨ। ਕੰਧਾਂ ਨਾਲ 2-4 ਚਿਹਰੇ ਲਟਕ ਰਹੇ ਸਨ। ਵਾਤਾਵਰਨ ਕੁਝ ਬਦਲਿਆ ਜਾਪਦਾ ਸੀ। ਮੇਰੇ ਬੈਠਦਿਆਂ ਹੀ ਉਹ ਆ ਗਿਆ। ਉਸ ਦੀ ਨਜ਼ਰ ਮਸ਼ੀਨ 'ਤੇ ਪਈ ਤਾਂ ਉਹ ਖੁਸ਼ ਹੋਇਆ। ਹੁਣ ਤੈਨੂੰ ਆਪਣਾ ਕੁਝ ਧਿਆਨ ਆਇਆ ਹੈ। ਮੈਂ ਤੇਰੇ ਮਕਾਨ ਵਿੱਚ ਆਇਆ ਤਾਂ ਮਹਿਸੂਸ ਹੋਇਆ ਮੈਂ ਵੀਰਾਨੇ 'ਚ ਬੈਠਾ ਹਾਂ। ਮੈਂ ਇੱਥੇ ਕੁਝ ਚੀਜ਼ਾਂ ਲਿਆ ਕੇ ਸਜਾ ਦਿੱਤੀਆਂ ਨੇ। ਇਹ ਮੂਰਤੀਆਂ ਤੇ ਚਿਹਰੇ ਕੈਸੇ ਲੱਗ ਰਹੇ ਹਨ? ਬਹੁਤ ਖੂਬਸੂਰਤ, ਮੈਂ ਕਿਹਾ। ਮੂਰਤੀਆਂ ਤਾਂ ਕਮਾਲ ਹਨ ਤੇ ਇਹ ਚਿਹਰੇ ਮੈਂ ਪਹਿਲੇ ਵੀ ਵੇਖੇ ਸੀ। ਪਹਿਲਾਂ ਵੀ ਤਾਂਘ ਜਾਗੇ ਸੀ ਕਿ ਮੈਂ ਸਾਰੇ ਹੀ ਪਾ ਲਵਾਂ। ਇਹ ਕੀ ਲੈ ਆਇਆ ਹੈ ਤੂੰ? ਉਸਨੇ ਪੁੱਛਿਆ। ਇਹ ਇੱਕ ਮਸ਼ੀਨ ਹੈ, ਬਹੁਤ ਚਮਤਕਾਰੀ ਹੈ। ਬਸਤੀ ਵਾਲਿਆਂ ਦਾ ਨਵਾਂ ਅਵਿਸ਼ਕਾਰ ਹੈ। ਇਹ ਮਸ਼ੀਨ ਆਦਮੀ ਨੂੰ ਆਦਮੀ ਦੀ ਆਵਾਜ਼ ਸੁਣਾ ਦਿੰਦੀ ਹੈ।
ਕੀ ਕਿਹਾ? ਮੈਂ ਸਮਝਿਆ ਨਹੀਂ। ਇਹ ਮਸ਼ੀਨ ਕੀ ਕਰਦੀ ਹੈ? ਇਸ ਦੇ ਕੋਲ ਬਹਿ ਕੇ ਗੱਲਾਂ ਕਰਦਿਆਂ ਹਨ। ਇਹ ਉਹੀ ਗੱਲਾਂ ਆਦਮੀ ਨੂੰ ਸੁਣਾ ਦਿੰਦੀ ਹੈ। ਉਹ ਠਹਾਕਾ ਮਾਰ ਕੇ ਹੱਸਿਆ। ਮੈਂ ਸਮਝ ਰਿਹਾ ਸੀ ਕਿ ਇਹ ਮਸ਼ੀਨ ਆਦਮੀ ਨਾਲ ਗੱਲਾਂ ਕਰਦੀ ਹੈ। ਹੁਣ ਸਮਝਿਆ ਹਾਂ ਕਿ ਇਹ ਮਸ਼ੀਨ ਆਦਮੀ ਦੀ ਗੱਲ ਆਦਮੀ ਨੂੰ ਸੁਣਾ ਦਿੰਦੀ ਹੈ। ਪਰ ਉਹ ਫਿਰ ਕੁਝ ਉਦਾਸ ਹੋ ਗਿਆ। ਪਰ ਆਦਮੀ ਆਪਣੀ ਗੱਲ ਮਸ਼ੀਨ ਦੇ ਬਿਨਾਂ ਵੀ ਸੁਣ ਸਕਦਾ ਹੈ। ਉਹ ਕਿਵੇਂ? ਮੈਂ ਪੁੱਛਿਆ। ਆਦਮੀ ਦੇ ਬਾਹਰ ਵੀ ਕੰਨ ਹਨ ਅਤੇ ਅੰਦਰ ਵੀ ਕੰਨ ਹਨ। ਬਾਹਰ ਦੀ ਗੱਲ ਆਦਮੀ ਬਾਹਰੋਂ ਸੁਣਦਾ ਹੈ ਅਤੇ ਅੰਦਰ ਦੀ ਗੱਲ ਅੰਦਰੋਂ। ਖੈਰ, ਛੱਡ ਇਸ ਫਾਲਤੂ ਗੱਲ ਨੂੰ। ਇਹ ਮਸ਼ੀਨ ਬਹੁਤ ਸੋਹਣੀ ਹੈ। ਅੱਜ ਤਾਂ ਬਹੁਤ ਵੱਡਾ ਚਮਤਕਾਰ ਲੱਗਦੀ ਹੈ। ਇਸ ਮਕਾਨ ਵਿੱਚ ਬਹੁਤ ਸੋਹਣੀ ਫੱਬ ਰਹੀ ਹੈ। ਹੁਣ ਕੋਈ ਗੱਲ ਕਰਕੇ ਇਸ ਦੇ ਕੋਲੋਂ ਸੁਣਵਾ ਦੇ। ਮੈਂ ਮਸ਼ੀਨ ਚਲਾਈ ਅਤੇ ਕਿਹਾ, ਅਸੀਂ ਦੋਵੇਂ ਗੱਲਾਂ ਕਰਦੇ ਹਾਂ। ਮਸ਼ੀਨ ਪਾਸੇ ਟਿਕਟਿਕੀ ਲਗਾ ਕੇ ਵੇਖਦਾ ਰਿਹਾ। ਫਿਰ ਮੈਂ ਕਿਹਾ, ਲੈ ਹੁਣ ਸੁਣਾ ਦੇਗੀ। ਆ ਹੁਣ ਗੱਲਾਂ ਕਰੀਏ। ਅਸੀਂ ਗੱਲਾਂ ਕਰਦੇ ਰਹੇ। ਉਹ ਮਸ਼ੀਨ, ਅਸੀਂ ਜੋ ਕੁਝ ਕਿਹਾ, ਇਸੇ ਮਸ਼ੀਨ ਨੇ ਯਾਦ ਕਰ ਲਿਆ। ਮਸ਼ੀਨ ਸਾਡੀ ਗੱਲ ਦੁਹਰਾ ਕੇ ਚੁੱਪ ਹੋ ਗਈ। ਉਸਦੇ ਮੁਹਾਂਦਰੇ ਤੋਂ ਜਾਪ ਰਿਹਾ ਸੀ ਕਿ ਉਹ ਮਸ਼ੀਨ ਨੂੰ ਵੇਖ ਕੇ ਹੈਰਾਨ ਵੀ ਹੈ ਅਤੇ ਖੁਸ਼ ਵੀ। ਤੈਨੂੰ ਮਸ਼ੀਨ ਕੈਸੀ ਲੱਗੀ? ਮੈਂ ਪੁੱਛਿਆ। ਇਹ ਤਾਂ ਸੱਚ ਹੀ ਕਮਾਲ ਹੈ। ਕਮਾਲ ਦਾ ਜਾਦੂ ਹੈ। ਇਸ ਮਸ਼ੀਨ ਰਾਹੀਂ ਆਦਮੀ ਆਪਣੇ ਅਤੀਤ ਨੂੰ ਜ਼ਿੰਦਾ ਰੱਖ ਸਕਦਾ ਹੈ। ਘੜੀ ਘੜੀ ਅਤੀਤ ਵਿੱਚ ਜਾ ਸਕਦਾ ਹੈ। ਹੁਣ ਨੂੰ ਤੇ ਵਰਤਮਾਨ ਨੂੰ ਵੀ ਭੁੱਲ ਸਕਦਾ ਹੈ। ਇਹ ਸੱਚ ਹੀ ਗਜ਼ਬ ਹੈ। ਬਸਤੀ ਵਿੱਚ ਕਾਫੀ ਲੋਕਾਂ ਕੋਲ ਇਹ ਮਸ਼ੀਨ ਹੋਵੇਗੀ? ਉਸਨੇ ਪੁੱਛਿਆ। ਹਾਂ, ਲਗਭਗ ਸਾਰਿਆਂ ਦੇ ਕੋਲ ਹੈ। ਸਾਰੇ ਇਸ ਨੂੰ ਵਰਤਦੇ ਹਨ। ਮੈਂ ਕਿਹਾ। ਕਦੀ ਇਸ ਦੇ ਵਿੱਚ ਅਜਿਹੀ ਗੱਲ ਹੋ ਜਾਵੇ ਕਿ ਇਹ ਕੋਈ ਗੱਲ ਰਟਣ ਦੀ ਥਾਂ ਨਵੀਂ ਗੱਲ ਸੁਣਾਏ, ਜਾਂ ਕੋਈ ਐਸੀ ਗੱਲ ਜੋ ਇਸਨੇ ਸੁਣੀ ਨਾ ਹੋਵੇ। ਗੱਲ ਤਾਂ ਇਹ ਜੋ ਕੁਝ ਸੁਣਦੀ ਹੈ ਉਹੀ ਸੁਣਾਉਂਦੀ ਹੈ। ਪਰ ਹੋ ਸਕਦਾ ਹੈ ਕੋਈ ਮਸ਼ੀਨ ਅਜਿਹੀ ਵੀ ਬਣ ਜਾਏ ਜੋ ਸੁਣੇ ਬਿਨਾਂ ਹੀ ਸੁਣਾ ਸਕੇ। ਮੈਂ ਕਿਹਾ। ਇੱਕ ਗੱਲ ਮੈਂ ਪੁੱਛਣਾ ਹੀ ਭੁੱਲ ਗਿਆ। ਇਹ ਮਸ਼ੀਨ ਕੰਮ ਕਿਵੇਂ ਕਰਦੀ ਹੈ? ਉਸਨੇ ਪੁੱਛਿਆ। ਕੰਮ ਕਿਵੇਂ ਕਰਦੀ ਹੈ? ਇਹ ਪ੍ਰਸ਼ਨ ਤਾਂ ਪ੍ਰਸ਼ਨ ਹੀ ਨਹੀਂ ਹੈ। ਕੱਲ ਪੁਰਜ਼ੇ ਲੱਗੇ ਹਨ। ਦਬਾ ਦਿਓ ਤਾਂ ਤੁਰ ਪੈਂਦੀ ਹੈ, ਦਬਾ ਦਿਓ ਤਾਂ ਬੰਦ ਹੋ ਜਾਂਦੀ ਹੈ। ਮੈਂ ਹੱਸ ਕੇ ਜਵਾਬ ਦਿੱਤਾ। ਉਹ ਵੀ ਉਤਨੀ ਰਫ਼ਤਾਰ ਨਾਲ ਹੱਸਿਆ। ਇਹ ਮਸ਼ੀਨ ਨੂੰ ਕੱਲ ਪੁਰਜ਼ੇ ਚਲਾਉਂਦੇ ਹਨ? ਨਹੀਂ, ਕੱਲ ਪੁਰਜ਼ੇ ਤਾਂ ਆਪ ਚੱਲਦੇ ਹਨ। ਮਸ਼ੀਨ ਨੂੰ ਸ਼ਕਤੀ ਚਲਾਉਂਦੀ ਹੈ। ਇਸ ਮਸ਼ੀਨ ਦਾ ਸੁੱਖ ਤੂੰ ਕੀ ਲੱਭਿਆ ਹੈ? ਉਸਨੇ ਪੁੱਛਿਆ। ਮੇਰਾ ਇੱਕ ਦੁਖਾਂਤ ਰਿਹਾ ਹੈ। ਮੈਂ ਜਿਸ ਸਮੇਂ ਬੋਲਦਾ ਸੀ ਤਾਂ ਸੁਣ ਨਹੀਂ ਸੀ ਸਕਦਾ। ਜਿਸ ਵੇਲੇ ਮੈਂ ਸੁਣ ਰਿਹਾ ਹੁੰਦਾ ਤਾਂ ਬੋਲ ਨਹੀਂ ਸੀ ਸਕਦਾ। ਹੁਣ ਮੈਂ ਬੋਲਾਂਗਾ ਵੀ ਅਤੇ ਸੁਣਾਂਗਾ ਵੀ। ਇੱਕ ਦਿਨ ਮੈਂ 2-3 ਵੱਖ-ਵੱਖ ਰੰਗਾਂ ਅਤੇ ਵੱਖ-ਵੱਖ ਢੰਗਾਂ ਦੇ ਲਿਬਾਸ ਲੈ ਆਇਆ। ਲਿਬਾਸ ਵੇਖ ਕੇ ਉਹ ਬਹੁਤ ਖੁਸ਼ ਹੋਇਆ। ਇੱਕ ਲਿਬਾਸ ਨੂੰ ਉਸਨੇ ਕਈ ਵਾਰੀ ਵੇਖਿਆ ਅਤੇ ਸਲਾਹਿਆ। ਉਹਨਾਂ ਵਿੱਚੋਂ ਇੱਕ ਲਿਬਾਸ ਉਸਨੇ ਕੁਝ ਚਿਰ ਤੱਕ ਪਾਈ ਰੱਖਿਆ। ਪਾ ਕੇ ਉਹ ਝੂਮਦਾ ਰਿਹਾ ਅਤੇ ਗੁਣਗੁਣਾਉਂਦਾ ਰਿਹਾ। ਫਿਰ ਉਸਨੇ 2-4 ਮੂਰਤੀਆਂ ਚੁੱਕ ਲਈਆਂ ਅਤੇ ਕਿਹਾ, ਆਦਮੀ ਲਈ ਲਿਬਾਸ ਵੀ ਇੱਕ ਵਰਦਾਨ ਹੈ। ਪਾਇਆ ਹੋਵੇ ਤਾਂ ਆਦਮੀ ਦਾ ਮੁੱਲ ਵੱਧ ਜਾਂਦਾ ਹੈ। ਜੋ ਚੀਜ਼ ਉਸਨੇ ਚੁੱਕੀ ਹੋਵੇ ਜਾਂ ਬਣਾਈ ਹੋਵੇ, ਉਸਦੀ ਕੀਮਤ ਵੀ ਦੁੱਗਣੀ ਹੋ ਜਾਂਦੀ ਹੈ। ਇਹ ਲਿਬਾਸ ਬਹੁਤ ਕੁਝ ਢੱਕ ਵੀ ਲੈਂਦਾ ਹੈ। ਇਸ ਨੂੰ ਪਾ ਕੇ ਮੈਂ ਉਹ ਨਹੀਂ ਦਿਸ ਰਿਹਾ ਜੋ ਮੈਂ ਹਾਂ। ਮੈਂ ਕੁਝ ਹੋਰ ਬਣ ਗਿਆ ਹਾਂ, ਹੋਰ ਹੀ ਦਿਸ ਰਿਹਾ ਹਾਂ। ਲਿਬਾਸ ਦਾ ਧਿਆਨ ਤੈਨੂੰ ਕਦੇ ਨਹੀਂ ਸੀ ਆਉਣਾ ਜੇਕਰ ਤੂੰ ਇਸ ਮਕਾਨ ਵਿੱਚ ਨਾ ਆਇਆ ਹੁੰਦਾ। ਪਰ ਮੈਨੂੰ ਇਹ ਵੀ ਅਹਿਸਾਸ ਹੋ ਰਿਹਾ ਹੈ ਕਿ ਆਦਮੀ ਅਤੇ ਲਿਬਾਸ ਦਾ ਰਿਸ਼ਤਾ ਕੁਝ ਉਲਟਾ ਜਿਹਾ ਹੈ। ਆਦਮੀ ਦਾ ਲਿਬਾਸ ਜਾਂ ਲਿਬਾਸ ਦਾ ਆਦਮੀ। ਆਦਮੀ ਲਿਬਾਸ ਨਹੀਂ ਹੈ ਅਤੇ ਲਿਬਾਸ ਆਦਮੀ ਨਹੀਂ ਹੈ। ਇਸ ਨੂੰ ਜ਼ਰੂਰ ਵਰਤਣਾ ਚਾਹੀਦਾ ਹੈ ਤਾਂ ਜੇ ਆਦਮੀ ਲਿਬਾਸ ਵਾਲਾ ਦਿਸੇ ਅਤੇ ਲਿਬਾਸ ਆਦਮੀ ਵਾਲਾ। ਪਰ ਇੱਕ ਗੱਲ ਤੈਨੂੰ ਪੁੱਛਣੀ ਹੈ, ਤੂੰ ਇਹ ਲਿਬਾਸ ਲੋਕਾਂ ਨੂੰ ਵਿਖਾਉਣ ਲਈ ਲਿਆਂਦੇ ਹੈ ਜਾਂ ਪਾਉਣ ਲਈ? ਇਹ ਲਿਬਾਸ ਮੈਂ ਆਪਣੇ ਵਰਤਣ ਲਈ ਲਿਆਂਦੇ ਹਨ। ਪਰ ਇਹ ਤਾਂ ਬਹੁਤ ਥੋੜ੍ਹੇ ਹਨ, ਸਿਰਫ 2-3। ਇਹਨਾਂ ਨਾਲ ਤਾਂ ਤੈਨੂੰ 2 ਜਾਂ 3 ਅਨੁਭਵ ਹੀ ਹੋ ਸਕਦੇ ਹੈ। ਤੇਰੇ ਕੋਲ ਤਾਂ ਅਣਗਿਣਤ ਲਿਬਾਸ ਹੋਣੇ ਚਾਹੀਦੇ ਨੇ ਤਾਂ ਜੋ ਤੂੰ ਆਪਣੇ ਆਪ ਨੂੰ ਕਈ ਆਕਾਰਾਂ ਅਤੇ ਰੰਗਾਂ ਵਿੱਚ ਮਹਿਸੂਸ ਕਰ ਸਕੇ। ਮੈਂ ਹੌਲੀ ਬਹੁਤ ਸਾਰੇ ਲਿਬਾਸ ਇਕੱਠੇ ਕਰ ਲਵਾਂਗਾ। ਤੇਰੀ ਮਸ਼ੀਨ ਕੈਸੀ ਚੱਲ ਰਹੀ ਹੈ? ਅਜੇ ਤਾਂ ਘੱਟ ਵੱਧ ਹੀ ਵਰਤੀ ਹੈ। ਹੋਰ ਚੀਜ਼ਾਂ ਇਕੱਠੀਆਂ ਕਰਨ ਦਾ ਧਿਆਨ ਬਹੁਤਾ ਰਹਿੰਦਾ ਹੈ। ਤੇਰੇ ਕੋਲ ਮਸ਼ੀਨਾਂ ਵੀ 5-7 ਹੋਣੀਆਂ ਚਾਹੀਦੀਆਂ ਹਨ ਜੋ ਤੈਨੂੰ ਤੇਰੀਆਂ ਵੱਖ-ਵੱਖ ਆਵਾਜ਼ਾਂ ਸੁਣਾਉਣ। ਤੂੰ ਬਹੁਤ ਕੁਝ ਸੋਚਦਾ ਹੈ ਅਤੇ ਬਹੁਤ ਕੁਝ ਸੋਚ ਸਕਦਾ ਹੈ, ਬਹੁਤ ਕੁਝ ਕਹਿ ਸਕਦਾ ਹੈ। ਇੱਕ ਮਸ਼ੀਨ ਤਾਂ ਬਹੁਤ ਥੋੜ੍ਹੀ ਹੈ। ਹੋਰ ਲਿਆਵਾਂਗਾ। ਤੂੰ ਹੋਰ ਕੀ ਲਿਆਉਣ ਦੀ ਸੋਚ ਰਿਹਾ ਹੈ?
ਇੱਕਦਮ ਤਾਂ ਕੁਝ ਵੀ ਨਹੀਂ ਸੋਚ ਸਕਦਾ, ਵਾਰੀ-ਵਾਰੀ ਹੀ ਸੋਚਣਾ ਪੈ ਰਿਹਾ ਹੈ। ਇੱਕ ਗੱਲ ਮੈਂ ਤੇਰੇ ਤੋਂ ਪੁੱਛਣਾ ਚਾਹੁੰਦਾ ਹਾਂ। ਮੈਂ ਜਾਣਦਾ ਹਾਂ ਤੂੰ ਕੀ ਪੁੱਛੇਂਗਾ। ਕੀ ਪੁੱਛਾਂਗਾ ਮੈਂ ਤੈਨੂੰ ਉੱਤਰ ਹੀ ਦੇ ਦਿੰਦਾ ਹਾਂ। ਤੂੰ ਸਭ ਕੁਝ ਲਿਆ ਕੇ ਆਪਣੇ ਕਮਰੇ ਵਿੱਚ ਭਰ ਵੀ ਦਵੇਂ ਤਾਂ ਵੀ ਮੇਰੇ ਕਮਰੇ ਜਿਤਨੇ ਖਲਾਰੇ ਦੇ ਬਰਾਬਰ ਨਹੀਂ ਹੋ ਸਕਦਾ। ਜਦ ਵੀ ਲੋਕਾਂ ਵਿੱਚ ਜਾਂਦਾ ਹਾਂ, ਬਸਤੀ ਵਿੱਚੋਂ ਲੰਘਦਾ ਹਾਂ, ਮਸ਼ੀਨਾਂ ਪਦਾਰਥਾਂ ਵਿੱਚੋਂ ਗੁਜ਼ਰਦਾ ਹਾਂ, ਤਾਂ ਝੱਟ ਹੀ ਸੋਚਣ ਲੱਗ ਜਾਂਦਾ ਹਾਂ ਕਿ ਮੈਂ ਆਪਣੇ ਕਮਰੇ ਵਿੱਚ ਕੀ ਲਿਜਾਣਾ ਹੈ। ਮੈਂ ਉਸ ਨੂੰ ਲੈ ਸਕਦਾ ਹਾਂ ਕਿ ਨਹੀਂ। ਫਿਰ ਜੇਕਰ ਮੈਂ ਇੱਕ ਚੀਜ਼ ਲਈ ਕਠਿਨ ਸੰਘਰਸ਼ ਕਰਦਾ ਹਾਂ ਤਾਂ ਉਸ ਦਾ ਪੂਰਾ ਆਨੰਦ ਲੈ ਸਕਦਾ ਹਾਂ ਜਾਂ ਨਹੀਂ। ਆਦਮੀ ਦੇ ਮਨੋਰੰਜਨ ਲਈ, ਵਰਤਣ ਲਈ ਤੇ ਭੋਗਣ ਵਾਸਤੇ ਬਸਤੀ ਵਿੱਚ ਅਣਗਿਣਤ ਚੀਜ਼ਾਂ ਬਣ ਚੁੱਕੀਆਂ ਹਨ। ਉਹਨਾਂ ਦੇ ਮੁੱਲ, ਕੰਮਾਂ ਤੇ ਚਮਤਕਾਰਾਂ ਵਿੱਚ ਵੀ ਫਰਕ ਹੈ। ਬਹੁਤ ਵੱਡੀਆਂ ਤੇ ਭਾਰੀਆਂ ਚੀਜ਼ਾਂ ਦੇ ਰੰਗ, ਰੂਪ, ਗੁਣ ਤੇ ਚਮਤਕਾਰ ਵੀ ਭਾਰੀ ਸਨ ਤੇ ਵਪਾਰ ਵੀ ਭਾਰੇ ਸਨ। ਮੁੱਲ ਮਾਨ ਵੀ ਭਾਰੇ ਸਨ। ਕੁਝ ਚੀਜ਼ਾਂ ਦਰਮਿਆਨੀਆਂ ਸਨ, ਉਹਨਾਂ ਵਿੱਚ ਆਕਰਸ਼ਣ ਤੇ ਆਨੰਦ ਕੁਝ ਘੱਟ ਸੀ। ਬਹੁਤ ਸਾਰੀਆਂ ਚੀਜ਼ਾਂ ਬਹੁਤ ਹਲਕੇ ਮੁੱਲਾਂ ਦੀਆਂ ਸਨ। ਆਕਰਸ਼ਣ, ਗੁਣ ਤੇ ਰੰਗ ਦੇ ਪੱਖੋਂ ਉਹ ਹਲਕੀਆਂ ਤੇ ਛੋਟੀਆਂ ਸਨ। ਬਸਤੀ ਨੇ ਲੋਕ ਬਣਾਏ ਸਨ। ਲੋਕਾਂ ਅੱਗੇ ਬਹੁਤ ਕੁਝ ਬਣਿਆ ਸੀ, ਪਰ ਜੋ ਵੀ ਕੁਝ ਲੋਕਾਂ ਅੱਗੇ ਬਣਾਇਆ ਸੀ ਉਹ ਉਹਨਾਂ ਨੂੰ ਆਪ ਵੀ ਪਤਾ ਨਹੀਂ ਸੀ ਲੱਗ ਰਿਹਾ ਕੀ ਬਣ ਗਿਆ ਹੈ। ਇਤਨਾ ਜ਼ਰੂਰ ਸੀ ਕਿ ਨਵੇਂ ਵਿੱਚ ਲੋਕ ਆਪਣਾ ਨਵਾਂ ਰੂਪ ਵੇਖਣ ਦਾ ਯਤਨ ਕਰ ਰਹੇ ਸਨ। ਜਗਾਉਣ ਵਾਲੀਆਂ ਮਸ਼ੀਨਾਂ, ਸੁਆਹ ਦੇਣ ਵਾਲੀਆਂ ਮਸ਼ੀਨਾਂ, ਆਪਣੇ ਨਾਲ ਮਿਲਾ ਦੇਣ ਵਾਲੇ ਯੰਤਰ, ਆਪਣੇ ਆਪ ਤੋਂ ਵਿਛੋੜਨ ਵਾਲੇ ਯੰਤਰ, ਆਦਮੀ ਨੂੰ ਔਰਤ ਬਣਾ ਦੇਣ ਵਾਲੀਆਂ ਮਸ਼ੀਨਾਂ, ਔਰਤ ਨੂੰ ਆਦਮੀ ਬਣਾ ਦੇਣ ਵਾਲੀਆਂ ਮਸ਼ੀਨਾਂ, ਦੋਵਾਂ ਨੂੰ ਵਿਚਕਾਰਲੀ ਜਾਤ ਬਣਾ ਕੇ ਦੇਣ ਵਾਲੀਆਂ ਮਸ਼ੀਨਾਂ, ਬਿਨਾਂ ਮਰਦ ਤੋਂ ਬਿਨਾਂ ਔਰਤ ਦੇ ਇਨਸਾਨ ਪੈਦਾ ਕਰ ਦੇਣ ਵਾਲੀਆਂ ਮਸ਼ੀਨਾਂ, ਆਦਮੀ ਨੂੰ ਘੁਮਾਉਣ ਵਾਲੀਆਂ ਮਸ਼ੀਨਾਂ, ਮਸ਼ੀਨਾਂ ਨੂੰ ਘੁਮਾਉਣ ਵਾਲੇ ਆਦਮੀ, ਬਸਤੀ ਨੂੰ ਰੌਸ਼ਨ ਕਰ ਦੇਣ ਵਾਲੇ ਯੰਤਰ, ਬਸਤੀ ਨੂੰ ਹਨੇਰਾ ਕਰ ਦੇਣ ਵਾਲੇ ਯੰਤਰ, ਯੰਤਰਾਂ ਨੂੰ ਪੜ੍ਹਾਉਣ ਵਾਲੇ ਆਦਮੀ, ਆਦਮੀਆਂ ਨੂੰ ਪੜ੍ਹਾਉਣ ਵਾਲੇ ਯੰਤਰ, ਉੱਡਣ ਤੇ ਡੁੱਬਣ ਵਾਲੇ ਯੰਤਰ, ਉਡਾਨ ਤੇ ਡੋਬਣ ਵਾਲੇ ਯੰਤਰ, ਨਿਯਮ ਬਣਾਉਣ ਤੇ ਤੋੜਨ ਵਾਲੇ ਯੰਤਰ, ਹੁਕਮ ਦੇਣ ਤੇ ਹੁਕਮ ਲੈਣ ਵਾਲੇ ਯੰਤਰ, ਮਰਨ ਵਾਲੇ ਯੰਤਰ, ਮਾਰਨ ਵਾਲੇ ਯੰਤਰ। ਮੈਂ ਪਹਿਲਾਂ ਬਸਤੀ ਵਿੱਚ ਹੀ ਰਹਿ ਰਿਹਾ ਸੀ। ਮੈਨੂੰ ਮਹਿਸੂਸ ਹੁੰਦਾ ਰਿਹਾ ਸੀ ਕਿ ਆਦਮੀ ਆਪਣੇ ਆਪ ਵਿੱਚ ਸਭ ਤੋਂ ਵੱਡਾ ਯੰਤਰ ਹੈ ਤੇ ਮੈਂ ਵੀ ਉਸੇ ਯੰਤਰ ਦਾ ਇੱਕ ਭਾਗ ਹਾਂ। ਪਰ ਹੁਣ ਮੈਂ ਜਿਸ ਚੀਜ਼ ਨੂੰ, ਉਪਕਰਨ ਨੂੰ, ਯੰਤਰ ਨੂੰ, ਪਦਾਰਥ ਨੂੰ, ਧਾਤ ਨੂੰ ਵੇਖਦਾ ਹਾਂ ਤਾਂ ਆਸ਼ਚਰਜ ਹੁੰਦਾ ਹੈ ਤੇ ਮੈਂ ਚਾਹਣ ਲੱਗਦਾ ਹਾਂ ਕਿ ਸਭ ਕੁਝ ਹੀ ਆਪਣੇ ਕਮਰੇ ਵਿੱਚ ਰੱਖ ਲਵਾਂ ਤੇ ਉਸ ਨੂੰ ਵੇਖਾਂ, ਸੁਣਾ, ਵਰਤਾਂ, ਵਾਪਰਾਂ। ਮੇਰੀ ਸਭ ਤੋਂ ਵੱਡੀ ਤਾਂਘ ਇਹ ਸੀ ਕਿ ਆਪਣੇ ਕਮਰੇ ਵਿੱਚ ਉਹ ਚੀਜ਼ਾਂ ਰੱਖਾਂ ਜੋ ਮੇਰੀ ਹਾਕਮੀ ਵਿੱਚ ਰਹਿਣ, ਜੋ ਮੇਰਾ ਕਹਿਣਾ ਮੰਨਣ, ਜੋ ਮੇਰੇ ਹੁਕਮ ਦੀਆਂ ਗੁਲਾਮ ਬਣ ਕੇ ਰਹਿਣ ਤੇ ਨਾਲ ਹੀ ਮੈਨੂੰ ਪੂਰੇ ਆਨੰਦ ਤੇ ਸ਼ਾਂਤੀ ਦਾ ਅਹਿਸਾਸ ਦੇਣ। ਮੈਨੂੰ ਆਪਣੀ ਤਾਂਘ ਪੂਰੀ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ। ਬਸਤੀ ਵਿੱਚ ਆਦਮੀ ਤੇ ਵਪਾਰ ਦੋਵੇਂ ਚੀਜ਼ਾਂ ਪ੍ਰਮੁੱਖ ਸਨ। ਮਸ਼ੀਨਾਂ ਦਾ ਵਪਾਰ ਆਦਮੀ ਦੇ ਹੱਥ ਵਿੱਚ ਸੀ, ਆਦਮੀ ਦੀ ਹੋਂਦ ਮਸ਼ੀਨਾਂ ਦੇ ਹੱਥ ਵਿੱਚ ਸੀ। ਕੋਈ ਵੀ ਚੀਜ਼ ਲੈਂਦਿਆਂ ਮੈਨੂੰ ਉਸ ਆਦਮੀ ਦੀ ਆਵਾਜ਼ ਸੁਣੀਂਦੀ ਸੀ। ਹਰ ਉਹ ਚੀਜ਼ ਜੋ ਤੂੰ ਆਪਣੇ ਕਮਰੇ ਲਈ ਲੈਣੀ ਹੈ ਨਵੀਂ ਹੋਣੀ ਚਾਹੀਦੀ ਹੈ। ਉਸ ਦਾ ਪ੍ਰਯੋਗ ਪਹਿਲਾਂ ਕਿਤੇ ਨਹੀਂ ਹੋਇਆ ਹੋਵੇ। ਮੈਨੂੰ ਨਵੀਆਂ ਚੀਜ਼ਾਂ ਲੈਣ ਲਈ ਆਪਣੇ ਆਪ ਨੂੰ ਬਦਲਣਾ ਪੈ ਗਿਆ, ਆਪਣੇ ਆਪ ਨੂੰ ਨਵਾਂ ਕਰਨਾ ਪੈ ਗਿਆ। ਪੁਰਾਣੇ ਢੰਗ ਦਾ ਵੇਖਣਾ, ਸੁਣਨਾ ਤੇ ਬੋਲਣਾ ਛੱਡਣਾ ਪਿਆ। ਪਹਿਲਾਂ ਜਿਸ ਵੇਲੇ ਮੈਨੂੰ ਚੀਜ਼ਾਂ ਦੀ ਤਾਂਘ ਨਹੀਂ ਸੀ ਤਾਂ ਮੇਰੀ ਧਾਰਨਾ ਸੀ ਕਿ ਇੱਕ ਚੀਜ਼ ਦੇ ਬਾਰੇ ਇੱਕ ਹੀ ਗੱਲ ਕਾਫੀ ਹੋ ਸਕਦੀ ਹੈ। ਪਰ ਹੁਣ ਇੱਕ ਹੀ ਚੀਜ਼ ਬਾਰੇ ਬਹੁਤ ਸਾਰੀਆਂ ਗੱਲਾਂ ਸੋਚਣੀਆਂ ਪੈ ਰਹੀਆਂ ਸਨ। ਇੱਕ ਹੀ ਚੀਜ਼ ਲਈ ਕਈਆਂ ਥਾਵਾਂ 'ਤੇ ਜਾਣਾ ਪੈ ਰਿਹਾ ਸੀ। ਮੈਨੂੰ ਆਪਣੇ ਹੀ ਕਈ ਰੂਪ ਬਦਲਣੇ ਪੈ ਰਹੇ ਸਨ। ਮੇਰਾ ਵਿਸ਼ਵਾਸ ਪੱਕਾ ਹੁੰਦਾ ਜਾ ਰਿਹਾ ਸੀ ਕਿ ਜਦੋਂ ਤੱਕ ਮੈਂ ਹਰ ਪਲ ਇੱਕ ਨਵਾਂ ਇਨਸਾਨ ਆਪਣੇ ਆਪ ਨੂੰ ਪ੍ਰਮਾਣਿਤ ਨਹੀਂ ਕਰਦਾ, ਮੈਂ ਨਵੀਂ ਚੀਜ਼ ਵੱਲ ਵੇਖ ਵੀ ਨਹੀਂ ਸਕਦਾ। ਹੌਲੀ ਹੌਲੀ ਮੈਂ ਆਪਣੀਆਂ ਪੁਰਾਣੀਆਂ ਸ਼ਕਲਾਂ ਨੁਹਾਰਾਂ ਤੋੜਦਾ ਗਿਆ ਤੇ ਨਵੀਆਂ ਸ਼ਕਲਾਂ ਮੁਹਾਰਾਂ ਬਣਾਉਂਦਾ ਗਿਆ। ਇਸ ਪਰਿਵਰਤਨ ਦੇ ਨਾਲ ਮੈਂ ਇਸ ਕਾਬਲ ਹੋ ਗਿਆ ਕਿ ਨਵੀਆਂ ਚੀਜ਼ਾਂ ਨੂੰ ਆਪਣੇ ਕਮਰੇ ਵਿੱਚ ਲਿਜਾ ਸਕਾਂ। ਮੈਂ ਜਦੋਂ ਨਵੀਂ ਚੀਜ਼, ਉਪਕਰਨ, ਯੰਤਰ, ਵਸਤੂ, ਪਦਾਰਥ ਲੈ ਕੇ ਆਪਣੇ ਕਮਰੇ ਵਿੱਚ ਪਹੁੰਚਦਾ ਤਾਂ ਉਹ ਆਦਮੀ ਝੱਟ ਹੀ ਆ ਜਾਂਦਾ, ਵਸਤੂ ਨੂੰ ਵੇਖ ਕੇ ਖੁਸ਼ ਹੁੰਦਾ, ਫਿਰ ਮੇਰੀ ਪ੍ਰਸ਼ੰਸਾ ਕਰਦਾ, ਕਮਰੇ ਦੀ ਵੱਧ ਰਹੀ ਸਜਾਵਟ ਤੇ ਆਕਰਸ਼ਣ ਬਾਰੇ ਬਹੁਤ ਕੁਝ ਕਹਿੰਦਾ। ਫਿਰ ਇਹ ਵੀ ਕਹਿੰਦਾ ਕਿ ਉਸ ਦੀ ਮਕਾਨ ਬਣਾਉਣ ਦੀ ਮਿਹਨਤ ਵਿਅਰਥ ਨਹੀਂ ਗਈ। ਉਸਨੇ ਇੱਕ ਬਹੁਤ ਸੰਘਰਸ਼ਸ਼ੀਲ ਤੇ ਕਰਮੀ ਆਦਮੀ ਵਾਸਤੇ ਕੰਮ ਕੀਤਾ ਹੈ। ਫਿਰ ਉਹ ਆਪਣੇ ਕਮਰੇ ਵਿੱਚ ਜਾਂਦਾ ਤੇ ਨਵੀਂ ਬਣਾਈ ਹੋਈ ਬਹੁਤ ਖੂਬਸੂਰਤ ਤੇ ਦਿਲ ਖਿੱਚਵੀਂ ਮੂਰਤੀ ਲੈ ਆਂਦਾ ਤੇ ਮੇਰੇ ਕਮਰੇ ਦੇ ਕਿਸੇ ਖਾਲੀ
ਥਾਂ ਤੇ ਟਿਕਾ ਕੇ ਕਹਿੰਦਾ, ਇਹ ਥਾਂ ਅਜੇ ਖਾਲੀ ਪਈ ਹੈ, ਮੂਰਤੀ ਰੱਖ ਦਿੰਦਾ ਹਾਂ। ਜਿਸ ਵੇਲੇ ਇਸ ਥਾਂ ਲਈ ਕੋਈ ਨਵੀਂ ਚੀਜ਼ ਜਾਂ ਮਸ਼ੀਨ ਆਵੇਗੀ ਤਾਂ ਮੂਰਤੀ ਚੁੱਕ ਦੇਵਾਂਗਾ। ਮੈਂ ਇੱਕ ਗੱਲ ਬਹੁਤ ਤੀਬਰਤਾ ਨਾਲ ਮਹਿਸੂਸ ਕੀਤੀ ਕਿ ਮੈਂ ਹਰ ਕਦਮ ਤੇ ਹਰ ਪਲ ਇੱਕ ਨਵੀਂ ਚੀਜ਼ ਆਪਣੇ ਕਮਰੇ ਵਿੱਚ ਲਿਜਾਣ ਬਾਰੇ ਸੋਚਣ ਲੱਗ ਗਿਆ। ਮੈਂ ਜਿੱਥੇ ਵੀ ਹਾਂ, ਜਿਵੇਂ ਵੀ ਹਾਂ, ਕੁਝ ਵੀ ਕਰ ਰਿਹਾ ਹਾਂ ਜਾਂ ਨਹੀਂ ਵੀ ਕਰ ਰਿਹਾ, ਇੱਕ ਨਾ ਇੱਕ ਚੀਜ਼ ਮੇਰੇ ਜ਼ਿਹਨ ਵਿੱਚ ਘੁੰਮ ਰਹੀ ਹੈ। ਮੈਨੂੰ ਲੱਗ ਰਿਹਾ ਹੈ ਜੋ ਕੁਝ ਮੈਂ ਇਕੱਠਾ ਕਰ ਲਿਆ ਹੈ ਉਹ ਕਿਤੇ ਵੀ ਨਹੀਂ ਹੈ। ਜੋ ਕੁਝ ਰਹਿੰਦਾ ਹੈ, ਜੋ ਕੁਝ ਲਿਆਣਾ ਹੈ, ਉਹੀ ਮੇਰੇ ਅੰਗਾਂ ਵਿੱਚ ਫਿਰ ਰਿਹਾ ਹੈ। ਪ੍ਰਾਪਤ ਕਰਨ ਦੀ ਤਾਂਘ ਇਤਨੀ ਵੱਧ ਰਹੀ ਹੈ ਕਿ ਮੈਂ ਉਸ ਆਦਮੀ ਨਾਲ ਗੱਲ ਕਰ ਰਿਹਾ ਪਰ ਨਹੀਂ ਕਰ ਰਿਹਾ। ਮੈਂ ਬੈਠਾ ਹਾਂ ਪਰ ਨਹੀਂ ਬੈਠਾ ਹਾਂ। ਮੈਂ ਵੇਖ ਸੁਣ ਰਿਹਾ ਪਰ ਮੈਂ ਨਾ ਸੁਣਿਆ ਹੈ ਨਾ ਹੀ ਵੇਖਿਆ ਹੈ। ਕੱਚੀ ਤੰਦ ਨਾਲ ਬੱਜੀ ਦੋ ਧਾਰੀ ਤਲਵਾਰ ਸਿਰ ਤੇ ਲਟਕ ਰਹੀ ਹੈ। ਕਮਰੇ ਵਿੱਚ ਮੈਂ ਤੇ ਮੇਰਾ ਸਮਾਨ। ਜ਼ਿਹਨ ਵਿੱਚ ਬੱਦਲ ਸਨ, ਬੱਦਲਾਂ ਵਿੱਚ ਚਿੱਤਰ ਸਨ। ਚਿੱਤਰ ਬਣ ਰਹੇ ਸਨ, ਮਿਟ ਰਹੇ ਸਨ, ਫਿਰ ਉੱਭਰ ਰਹੇ ਸਨ, ਫਿਰ ਅਲੋਪ ਹੋ ਰਹੇ ਸਨ। ਚਿੱਤਰਾਂ ਦੀ ਬੇਅੰਤ ਸ੍ਰਿਸ਼ਟੀ ਮੇਰੇ ਨਾਲ ਹਰ ਥਾਂ ਤੇ ਘੁੰਮ ਰਹੀ ਸੀ। ਜਾਪਦਾ ਸੀ ਤਾਂਘ ਹੀ ਜ਼ਿਹਨ ਹੈ, ਤਾਂਘ ਹੀ ਦ੍ਰਿਸ਼ਟੀ ਹੈ, ਸਰਵਨ, ਵਾਕ, ਸਪਰਸ਼ ਸਭ ਕੁਝ ਹੈ। ਮੇਰਾ ਜ਼ਿਹਨ ਤਾਂਘ ਸੀ ਤੇ ਤਾਂਘ ਜ਼ਿਹਨ। ਜਾਪਦਾ ਸੀ ਅੱਖ ਨਹੀਂ ਸੀ ਵੇਖਦੀ, ਤਾਂਘ ਵੇਖਦੀ ਸੀ। ਮੈਂ ਨਹੀਂ ਸੀ ਤੁਰਦਾ, ਤਾਂਘ ਤੁਰਦੀ ਸੀ। ਮੈਂ ਨਹੀਂ ਸੀ ਦੌੜ ਰਿਹਾ, ਤਾਂਘ ਦੌੜਦੀ ਸੀ। ਇੱਕ ਤਾਂਘ, ਇੱਕ ਕਾਮਨਾ, ਇੱਕ ਆਰਜ਼ੂ ਕਿ ਮੈਂ ਕੀ ਵਾਪਰ ਕੇ, ਵਰਤ ਕੇ, ਭੋਗ ਕੇ ਕਿਤਨਾ ਆਨੰਦ ਲੈ ਸਕਦਾ ਹਾਂ। ਮੇਰੇ ਅੰਦਰ ਬਹੁਤ ਅਜੀਬ ਪਰਿਵਰਤਨ ਦਾ ਅਹਿਸਾਸ ਦਿਨੋਂ ਦਿਨ ਵੱਧਦਾ ਗਿਆ। ਪਰ ਉਸ ਪਰਿਵਰਤਨ ਦੁਆਰਾ ਮੇਰੇ ਸਾਹਮਣੇ ਮੇਰੀਆਂ ਤੇ ਮੇਰੇ ਵਜੂਦ ਦੀਆਂ ਕਈ ਅਦ੍ਰਿਸ਼ ਪਰਤਾਂ ਉਖੜ ਆਈਆਂ। ਮੇਰਾ ਅਨੁਭਵ ਵੱਧਦਾ ਜਾ ਰਿਹਾ ਸੀ ਕਿ ਜ਼ਿੰਦਗੀ ਇੱਕ ਤਾਂਘ, ਇੱਕ ਕਾਮਨਾ, ਇੱਕ ਆਰਜ਼ੂ, ਇੱਕ ਮਨੋਰਥ ਦੇ ਸਿਵਾ ਹੋਰ ਕੁਝ ਵੀ ਨਹੀਂ। ਤਾਂਘ ਤੇ ਕਾਮਨਾ ਜ਼ਿੰਦਗੀ ਹੈ, ਗਰਮੀ ਹੈ। ਤਾਂਘ ਹੈ, ਤਾਪ ਹੈ। ਕਾਮਨਾ ਹੀ ਗਤੀ ਹੈ, ਕਾਮਨਾ ਹੀ ਸਾਹ ਹੈ, ਸਾਹ ਹੀ ਤਾਂਘ ਤੇ ਕਾਮਨਾ ਹੈ। ਮੈਨੂੰ ਕਿਸੇ ਪਲ ਉਸ ਆਦਮੀ ਦਾ ਧਿਆਨ ਅਚਾਨਕ ਹੀ ਆ ਜਾਂਦਾ ਜਿਸਨੇ ਮੈਨੂੰ ਜਗਾਇਆ ਸੀ, ਜਿਸਨੇ ਦੱਸਿਆ ਸੀ ਕਿ ਜ਼ਿੰਦਗੀ ਤਾਂ ਪਦਾਰਥਾਂ, ਮਸ਼ੀਨਾਂ, ਉਪਕਰਨਾਂ, ਤੱਤਾਂ ਤੇ ਵਸਤੂਆਂ ਵਿੱਚ ਹੈ। ਇਹਨਾਂ ਦੇ ਬਿਨਾਂ ਤਾਂ ਮਨੁੱਖ ਜਿੰਦੀ ਲਾਸ਼ ਹੈ, ਹਿਲਦਾ ਜੁਲਦਾ, ਸੁਣਦਾ ਬੋਲਦਾ ਪਿੰਜਰ ਜਿਹਾ। ਕਮਰੇ ਵਿੱਚ ਚੀਜ਼ਾਂ ਵੱਧ ਰਹੀਆਂ ਸਨ, ਇੱਕ ਸਮੂਹ ਬਣ ਰਿਹਾ ਸੀ। ਉਹਨਾਂ ਨੂੰ ਵੇਖ ਕੇ ਮੈਨੂੰ ਅਹਿਸਾਸ ਹੁੰਦਾ ਸੀ ਮੈਂ ਸਮੂਹ ਹਾਂ, ਮੈਂ ਸੰਘਰਸ਼ ਹਾਂ, ਮੈਂ ਜੀਵਨ ਹਾਂ। ਉਹ ਆਦਮੀ ਮੇਰੇ ਕਮਰੇ ਵਿੱਚ ਆਂਦਾ, ਹਰ ਨਵੀਂ ਚੀਜ਼ ਵੇਖ ਕੇ, ਮਸ਼ੀਨ ਤੇ ਉਪਕਰਨ ਵੇਖ ਕੇ ਬਹੁਤ ਖੁਸ਼ ਹੁੰਦਾ। ਮੈਂ ਉਸਨੂੰ ਚੀਜ਼ ਚਲਾ ਕੇ ਪ੍ਰਯੋਗ ਕਰਕੇ ਵਿਖਾਉਂਦਾ। ਉਹ ਪਲ ਦੋ ਪਲ ਉਸਦਾ ਪ੍ਰਯੋਗ ਵੇਖ ਉਸਦੀ ਸਰਾਹਨਾ ਕਰਦਾ ਤੇ ਤੁਰ ਜਾਂਦਾ। ਸਮੇਂ ਦੇ ਗੁਜ਼ਰਨ ਦੇ ਨਾਲ ਹੌਲੀ ਹੌਲੀ ਉਸ ਆਦਮੀ ਦੇ ਬਾਰੇ ਵਿੱਚ ਇੱਕ ਅਜੀਬ ਭਾਵ ਮੇਰੇ ਅੰਦਰ ਭਰਨ ਲੱਗ ਗਿਆ। ਇੱਕ ਵਿਅਰਥਤਾ ਦਾ ਭਾਵ, ਇੱਕ ਫਾਲਤੂਪਨ ਦਾ ਅਹਿਸਾਸ, ਇੱਕ ਅਰਥਹੀਨਤਾ ਦਾ ਅਨੁਭਵ। ਮੈਂ ਸੋਚਣ ਲੱਗ ਗਿਆ, ਕਿਹਾ ਆਦਮੀ ਹੈ ਜਿਸ ਨੂੰ ਕਿਸੇ ਵੀ ਵਸਤੂ, ਚੀਜ਼, ਪਦਾਰਥ ਤੇ ਮਸ਼ੀਨ ਦੀ ਤਾਂਘ ਨਹੀਂ, ਜਿਸ ਦੇ ਕੋਲ ਕੁਝ ਵੀ ਨਹੀਂ, ਬਸ ਮਿੱਟੀ ਹੀ ਮਿੱਟੀ ਹੈ। ਸੱਜੇ ਮਿੱਟੀ, ਖੱਬੇ ਮਿੱਟੀ, ਅੰਦਰ ਮਿੱਟੀ, ਬਾਹਰ ਮਿੱਟੀ। ਕੈਸਾ ਸ਼ਦਾਈ ਆਦਮੀ ਹੈ ਜੋ ਮਿੱਟੀ ਨੂੰ ਹੀ ਸਰਬੰਸ ਮੰਨਦਾ ਹੈ, ਮਿੱਟੀ ਨੂੰ ਹੀ ਭੰਨਣ ਤੇ ਘੜਨ ਨੂੰ ਹੀ ਸਭ ਕੁਝ ਸਮਝਦਾ ਹੈ। ਮੈਂ ਉਸਨੂੰ ਬਹੁਤ ਵਾਰੀ ਕਹਿੰਦਾ ਸੀ ਕਿ ਮੈਂ ਜੋ ਕੁਝ ਕਮਰੇ ਵਿੱਚ ਇਕੱਠਾ ਕੀਤਾ ਹੈ ਉਹ ਵੀ ਉਸਨੂੰ ਵਰਤੇ, ਉਸਦਾ ਆਨੰਦ ਲਵੇ। ਪਰ ਪਤਾ ਨਹੀਂ ਕਿਉਂ ਉਸਨੂੰ ਕਿਸੇ ਵੀ ਚੀਜ਼ ਵਿੱਚ ਰੁਚੀ ਨਹੀਂ ਸੀ। ਜੇਕਰ ਰੁਚੀ ਸੀ ਵੀ ਤਾਂ ਉਹ ਪਲ ਦੋ ਪਲ ਲਈ। ਫਿਰ ਉਹ ਝੱਟ ਹੀ ਕਹਿ ਦਿੰਦਾ, ਮੂਰਤੀ ਬਣਾਉਣੀ ਹੈ, ਮਿੱਟੀ ਇੰਤਜ਼ਾਰ ਕਰ ਰਹੀ ਹੈ। ਕਮਰੇ ਵਿੱਚ ਕਾਫੀ ਕੁਝ ਆ ਗਿਆ, ਸਭ ਨੂੰ ਟਿਕਾਣਾ ਮਿਲ ਗਿਆ। ਵੱਡੀ ਚੀਜ਼ ਨੂੰ ਵੱਡੀ ਥਾਂ, ਛੋਟੀ ਚੀਜ਼ ਨੂੰ ਛੋਟੀ ਜਗ੍ਹਾ। ਹਰ ਚੀਜ਼ ਦੇ ਚੱਲਣ ਚਲਾਉਣ ਦਾ ਢੰਗ ਤਰੀਕਾ ਵੱਖ ਸੀ। ਚਲਾਉਣ ਲਈ ਕੀ ਲੋੜੀਂਦਾ ਸੀ, ਸਭ ਕੁਝ ਇਕੱਠਾ ਕਰ ਲਿਆ। ਚੀਜ਼ਾਂ ਬਹੁਤੀਆਂ ਹੋਣ ਕਰਕੇ ਕਮਰੇ ਦੇ ਵਿਚਕਾਰ ਥੋੜ੍ਹੀ ਬਹੁਤ ਜਗ੍ਹਾ ਸੀ ਜਿੱਥੇ ਬਹਿ ਜਾਂ ਖਲੋ ਕੇ ਮੈਂ ਸਭ ਕੁਝ ਵੇਖ ਸਕਦਾ ਸੀ, ਵਰਤ ਸਕਦਾ ਸੀ। ਹਰ ਚੀਜ਼, ਵਸਤੂ, ਮਸ਼ੀਨ, ਉਪਕਰਨ ਨਵਾਂ ਸੀ। ਨਵੇਂਪਨ ਦੀ ਇੱਕ ਚਮਕ ਸੀ, ਸ਼ੋਭਾ ਸੀ, ਦਿਲਕਸ਼ੀ ਸੀ, ਆਕਰਸ਼ਣ ਸੀ। ਕੁਝ ਚੀਜ਼ਾਂ ਮੈਂ ਲਿਆ ਨਾ ਸਕਿਆ। ਉਸਦੇ ਕਾਰਨ ਦੇ ਬਾਰੇ 'ਚ ਸੋਚ ਕੇ ਮੈਨੂੰ ਬਹੁਤ ਨਿਰਾਸ਼ਾ ਹੋਈ। ਕਮਰੇ ਵਿੱਚ ਰੱਖਣ ਲਈ ਜਗ੍ਹਾ ਨਹੀਂ ਸੀ। ਪਹਿਲੇ ਥਾਂ ਸੀ ਪਰ ਸਮਾਨ ਨਹੀਂ ਸੀ। ਹੁਣ ਸਮਾਨ ਹੈ ਪਰ ਜਗ੍ਹਾ ਹੀ ਨਹੀਂ ਸੀ। ਐਸੇ ਦੋਸਤੋ, ਰਣਖੇਤਰ ਕਹਾਣੀ ਦਾ ਪਹਿਲਾ ਭਾਗ ਅਗਲੇ ਭਾਗ ਦੇ ਨਾਲ ਜਲਦ ਹੀ ਮਿਲਾਂਗੀ। ਨਮਸਕਾਰ।